ਸੋ ਐਲੋਪੈਥੀ ਦੇ ਵਿੱਚ ਇਸ ਦਾ ਇਲਾਜ ਹੈ ਨਹੀਂ ਆ, ਪਰ ਕੀ ਤੁਸੀਂ ਮੰਨਦੇ ਹੋ ਕਿ ਜੋ ਤਰੀਕਾ ਤੁਸੀਂ ਲੈ ਕੇ ਚੱਲ ਰਹੇ ਹੋ, ਪਹਿਲਾਂ ਵੀ ਕਾਫੀ ਮਰੀਜ਼ਾਂ ਦੇ ਉੱਤੇ ਤੁਸੀਂ ਇਹ ਤਰੀਕੇ ਅਪਣਾਏ ਨੇ। ਸੋ ਜਿਵੇਂ ਤੁਸੀਂ ਦੱਸਦੇ ਹੋ ਕਿ ਬਹੁਤ ਸਾਰਿਆਂ ਨੂੰ ਫਰਕ ਵੀ ਪਿਆ, ਪਰ ਸ਼ੂਗਰ ਹੋ ਜੇ, ਬੀਪੀ ਹੋ ਜੇ ਜਾਂ ਫਿਰ ਥਾਇਰਾਇਡ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਤੁਸੀਂ ਠੀਕ ਵੀ ਕੀਤਾ। ਕਰੋਨਾ ਕਾਲ ਦੇ ਵਿੱਚ ਵੀ ਤੁਸੀਂ ਕਾਫੀ ਕੰਮ ਕੀਤਾ। ਸੋ ਥਾਇਰਾਇਡ ਨੂੰ ਕਿਉਰ ਕੀਤਾ ਜਾ ਸਕਦਾ ਮਤਲਬ ਤੁਹਾਡੇ ਮੁਤਾਬਕ? ਹਾਂਜੀ, ਬਿਲਕੁਲ ਥਾਇਰਾਇਡ ਨੂੰ ਕਿਉਰ ਕੀਤਾ ਜਾ ਸਕਦਾ ਹੈਗਾ ਐਂਡ ਕਿਉਰ ਹੁੰਦਾ ਵੀ ਹੈਗਾ। ਉਹਨਾਂ ਦਾ ਵੀ ਮੈਨੂੰ ਲਾਸਟ ਵੀਕ ਉਹਨਾਂ ਨੇ ਵੀਡੀਓ ਭੇਜੀ ਬਣਾ ਕੇ ਕਿ ਭਈ ਮੈਨੂੰ ਸਵਪਨਦੋਸ਼ ਦੀ ਪ੍ਰੋਬਲਮ ਸੀਗੀ, ਦਾਤ ਦੀ ਪ੍ਰੋਬਲਮ ਸੀਗੀ, ਥਾਇਰਾਇਡ ਦੀ ਹਾਈਪਰ ਥਾਇਰਾਇਡ ਦੀ ਪ੍ਰੋਬਲਮ ਸੀਗੀ, ਇਸ ਤੋਂ ਇਲਾਵਾ weight loss ਹੋ ਰਿਹਾ ਸੀਗਾ, ਹੋਰ ਪ੍ਰੋਬਲਮਸ ਆ ਰਹੀਆਂ ਸੀਗੀਆਂ। ਮਤਲਬ ਡਾਕਟਰਾਂ ਨੇ ਕਹਿਤਾ ਸੀਗਾ ਕਿ ਭਈ ਤੁਹਾਡੀ ਜਿਹੜੀ ਸਵੈਲਿੰਗ ਹੈ ਬਹੁਤ ਜ਼ਿਆਦਾ ਹੋ ਚੁੱਕੀ ਹੈ, ਤੁਹਾਨੂੰ ਆਪਰੇਸ਼ਨ ਹੀ ਕਰਾਉਣਾ ਪਏਗਾ ਥੋੜੇ ਟਾਈਮ ਤੱਕ, ਤੁਹਾਡੇ ਕੋਲ ਜ਼ਿਆਦਾ ਟਾਈਮ ਨਹੀਂ ਹੈਗਾ। ਤੋ ਦਵਾਈਆਂ ਵੀ ਖਾ ਰਹੇ ਸੀ, ਕੋਈ ਫਰਕ ਨਹੀਂ ਪੈ ਰਿਹਾ ਸੀਗਾ। ਫਿਰ ਡਾਕਟਰਾਂ ਨੇ ਆਪਰੇਸ਼ਨ ਤੱਕ ਕਹਿ ਦਿੱਤਾ ਸੀਗਾ, ਤੋ ਉਹਨਾਂ ਕੋਲ ਕੋਈ ਉਮੀਦ ਨਹੀਂ ਸੀਗੀ। ਫਿਰ ਕਿਸੇ ਨੇ ਉਹਨਾਂ ਨੂੰ ਸਾਡੇ ਬਾਰੇ ਦੱਸਿਆ ਤੇ ਸਾਡੇ ਨਾਲ ਗੱਲਬਾਤ ਹੋਈ ਤੇ ਅਸੀਂ ਉਹਨਾਂ ਨੂੰ ਡਾਈਟ ਦਿੱਤੀ ਤੇ ਉਹ 6 ਮਹੀਨੇ ਉਹਨਾਂ ਨੇ ਫੋਲੋ ਕੀਤੀ ਤੇ ਪੂਰੀ ਤਰ੍ਹਾਂ ਠੀਕ ਹੋ ਗਏ। ਫਿਰ ਇਸੇ ਤਰ੍ਹਾਂ ਸਾਡੇ ਇੱਕ ਪੇਸ਼ੈਂਟ ਹੈਗੇ ਇੰਡੀਆ ਵਿੱਚ ਜਿਹੜੇ ਪਰਮਜੀਤ ਸਿੰਘ ਹੈਗੇ, ਤੇ ਉਹਨਾਂ ਨੂੰ 18 ਸਾਲ ਤੋਂ ਬੀਪੀ ਦੀ ਦਵਾਈਆਂ ਲੱਗੀਆਂ ਹੋਈਆਂ ਸੀਗੀਆਂ, ਪਿਛਲੇ 2 ਸਾਲ ਤੋਂ ਡਾਇਬੀਟੀਜ਼ ਦੀ ਤੇ 12 ਸਾਲ ਤੋਂ ਥਾਇਰਾਇਡ ਦੀ ਦਵਾਈਆਂ ਲੱਗੀਆਂ ਹੋਈਆਂ ਸੀਗੀਆਂ। ਤਾਂ ਉਹਨਾਂ ਨੂੰ ਹੁਣ ਫੋਲੋ ਕਰਦੇ ਹੋਏ ਅਜੇ ਵੀ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈਗੀ ਹੈ, 2 ਮਹੀਨੇ ਹੋ ਗਏ ਨੇ ਫੋਲੋ ਕਰਦੇ ਹੋਏ। 18 ਸਾਲ ਪੁਰਾਣੀ ਜਿਹੜੀ ਬੀਪੀ ਦੀ ਪ੍ਰੋਬਲਮ ਸੀ, ਦਵਾਈਆਂ ਲੈਣ ਤੋਂ ਬਾਅਦ ਬੀਪੀ ਜਿਹੜਾ 140 ਤੋਂ ਉੱਤੇ ਰਹਿੰਦਾ ਸੀਗਾ, ਅੱਜ ਉਹਨਾਂ ਦਾ ਬਿਨਾਂ ਬੀਪੀ ਦੀ ਦਵਾਈਆਂ ਤੋਂ ਹੀ ਸ਼ੂਗਰ ਜਿਹੜਾ ਬੀਪੀ ਹੈਗਾ ਉਹ 125 130 ਤੱਕ ਰਹਿੰਦਾ ਹੈਗਾ। ਕਿਹੋ ਜੀ ਡਾਈਟ ਚਾਹੀਦੀ ਇਹਦੇ ਵਾਸਤੇ, ਮਤਲਬ ਕਿਹੜੇ ਤਰੀਕੇ ਨੇ ਜਿਸ ਨਾਲ ਹੋ ਸਕਦਾ ਹੈ? ਤੇ ਪਹਿਲਾਂ ਮੈਂ ਚਾਹੁੰਦਾ ਕਿ ਸੰਖੇਪ ਦੇ ਵਿੱਚ ਸ਼ਾਰਟ ਦੇ ਵਿੱਚ ਦੱਸ ਦਿਓ ਕਿ ਹੁੰਦਾ ਕਿਉਂ ਹੈ, ਮਤਲਬ ਇਹ ਚੀਜ਼ਾਂ ਹੁੰਦੀਆਂ ਕਿਉਂ ਨੇ? ਹਾਂਜੀ, ਇਹ ਬੇਸਿਕਲੀ ਥਾਇਰਾਇਡ ਦੀ ਜਿਹੜੀ ਪ੍ਰੋਬਲਮ ਹੈਗੀ, ਕਈ ਇਹਨੂੰ ਕਹਿੰਦੇ ਕਿ ਆਟੋ ਇਮਿਊਨ ਡਿਜ਼ੀਜ਼ ਹੈ, ਯਾਨੀ ਬੋਡੀ ਦੀ ਇਮਿਊਨਿਟੀ ਹੀ ਆਪਣੇ ਆਪ ਨੂੰ ਅਟੈਕ ਕਰ ਰਹੀ ਹੈਗੀ ਹੈ। इसके अलावा साडा खान पीन का तरीका जिहड़ा हैगा वो खराब हो गया है। असीं रोटी चबा के नहीं खांदे, जल्दी जल्दी खांदे आ, टीवी देखते खांदे आ, फोन चलाते खांदे आ, इस करके भी वो प्रॉब्लम होती हैगी है। प्लस जिहड़ा जंक फूड हैगा, एनीमल फूड हैगा, प्रोसैस्ड फूड हैगा, ये साडी लाइफ विच इन्ना ज़्यादा आ चुकिया है, जिहड़े कैमिकल्स नाल भरिया होया हैगा। हाँ जी, सत श्री अकाल जी आए नूं करदे हां जी प्राइवेट पंजाब टीवी दे उत्ते हैल्थ शो लैके एक बार फिर हाज़र हां। सो हैल्थ शो दे विच असीं वख-वख बीमारियां दे उत्ते गलबात करदे हुंदे हां। सेहत पक्खी बहुत सारियां ऐसियां गल्लां ने जो इस प्रोग्राम दे विच असीं तुहानूं दसदे हुंदे हां। आम तौर दे उत्ते आपां देखदे हां भी जदों डॉक्टरां दे कोल जाईदा ते दवाइयां दे थब्बे फड़ा दित्ते जांदे ने भी भाई ये खाओगे ते ठीक रहोगे। सो उस तो बाद होर ते होर बीमारियां जिहड़ियां लगातार लगदियां जांदियां, इस तरीके दे नाल मनुखी शरीर दे नाल घाण भी हुंदा है। सो ਅਸੀਂ ਗੱਲਬਾਤ ਕਰਦੇ ਹੁੰਨੇ ਆ ਕਿ ਦਵਾਈਆਂ ਤੋਂ ਛੁਟਕਾਰਾ ਪਾ ਕੇ ਕੁਦਰਤੀ ਤਰੀਕਿਆਂ ਦੇ ਨਾਲ ਬਿਮਾਰੀਆਂ ਨੂੰ ਕਿਵੇਂ ਨਜਿੱਠਿਆ ਜਾਵੇ। ਸੋ ਉਹਦੇ ਨਾਲ ਅਸੀਂ ਗੱਲਬਾਤ ਕਰਦੇ ਹੁੰਨੇ ਆ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਦੇ ਉੱਤੇ ਜੋ ਕਿ ਬਿਮਾਰੀਆਂ ਹੈ ਹੀ ਨਹੀਂ, ਮਤਲਬ ਕਿ ਉਹਨਾਂ ਨੂੰ ਬਦਨਾਮ ਇਹਨਾਂ ਕੀਤਾ ਗਿਆ ਜਾਂ ਫਿਰ ਕਹਿ ਲਈਏ ਕਿ ਡਰਾ ਦਿੱਤਾ ਗਿਆ ਕਿ ਜਿਸ ਤੋਂ ਬਾਅਦ ਲੋਕ ਡਰ ਗਏ। ਸੋ ਉਸ ਤੋਂ ਬਾਅਦ ਉਹਨਾਂ ਦਾ ਕੀ ਜੋ ਵੀ ਅੱਗੇ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੁੰਦਾ ਉਹ ਆਪਾਂ ਆਮ ਤੌਰ ਦੇ ਉੱਤੇ ਦੇਖਦੇ ਹਾਂ। ਪਿਛਲੇ ਕਿੱਸਿਆਂ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਜੀ ਸ਼ੂਗਰ ਦੇ ਬਾਰੇ। ਸੋ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਬਿਮਾਰੀਆਂ ਨੇ ਅਸੀਂ ਗੱਲਬਾਤ ਕੀਤੀ ਹੈ। ਅੱਜ ਆਪਾਂ ਗੱਲ ਕਰਾਂਗੇ ਜੀ ਥਾਇਰਾਇਡ ਬਾਰੇ। ਸੋ ਥਾਇਰਾਇਡ ਵੀ ਇੱਕ ਐਸੀ ਹੁਣ ਨੌਨ ਮਤਲਬ ਕਿ ਇਸ ਤਰ੍ਹਾਂ ਦੀ ਬਿਮਾਰੀ ਬਣ ਚੁੱਕੀ ਹੈ ਜਿਹਦੀ ਗੱਲਬਾਤ ਘਰ ਘਰ ਦੇ ਵਿੱਚ ਚੱਲਦੀ ਹੈ। ਜਿੱਥੇ ਆਪਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਲੋ ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਹੁੰਦੇ ਸੀ ਜਾਂ ਫਿਰ ਕਿਡਨੀ ਪ੍ਰੋਬਲਮਸ ਦੀ ਗੱਲ ਕਰਦੇ ਸੀ, ਉੱਥੇ ਅੱਜ ਥਾਇਰਾਇਡ ਨੂੰ ਵੀ ਸਾਰੇ ਜਾਣਨ ਲੱਗ ਪਏ ਆ। ਸੋ ਥਾਇਰਾਇਡ ਵੀ ਪੰਜਾਬ ਜਾਂ ਫਿਰ ਪੰਜਾਬੀ ਜਿੱਥੇ-ਜਿੱਥੇ ਵੀ ਵਸਦੇ ਨੇ ਉਹ ਇਸ ਬਿਮਾਰੀ ਦੇ ਨਾਲ ਬੜੇ ਵੱਡੇ ਪੱਧਰ ਦੇ ਉੱਤੇ ਜੂਝ ਰਹੇ ਆ। ਸੋ ਆਪਾਂ ਗੱਲਬਾਤ ਕਰਨੀ ਹੈ ਥਾਇਰਾਇਡ ਬਾਰੇ। ਸੋ ਥਾਇਰਾਇਡ ਹੈ ਕੀ ਹੈ, ਕੀ ਇਹ ਬਿਮਾਰੀ ਹੈ, ਕਿਵੇਂ ਹੁੰਦੀ ਹੈ, ਕੀ ਇਲਾਜ ਨੇ, ਠੀਕ ਹੋ ਸਕਦੀ ਹੈ, ਨਹੀਂ ਹੋ ਸਕਦੀ, ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਪਰ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜੁੜੇ ਰਹਿਣਾ, ਅਖੀਰ ਤੱਕ ਦੇਖਿਓ ਇਹ ਪ੍ਰੋਗਰਾਮ। ਹਮੇਸ਼ਾ ਦੀ ਤਰ੍ਹਾਂ ਕਮਲਪ੍ਰੀਤ ਸਿੰਘ ਜੀ ਕੈਨੇਡਾ ਦੀ ਧਰਤੀ ਤੋਂ ਜੋ ਕਿ ਨਿਊਟ੍ਰੀਸ਼ਨ ਥੈਰੇਪਿਸਟ ਨੇ, ਸਰਟੀਫਾਈਡ ਨੇ, ਸੋ ਉਹ ਸਾਡੇ ਨਾਲ ਜੁੜੇ ਹੋਏ ਨੇ ਅੱਜ ਤੇ ਆਪਾਂ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਥਾਇਰਾਇਡ ਹੈ ਕੀ ਹੈ। ਸੋ ਕਮਲਪ੍ਰੀਤ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜੀ ਆਇਆਂ ਨੂੰ ਕਰਦਾ ਜੀ ਪ੍ਰਾਈਵੇਟ ਪੰਜਾਬ ਟੀਵੀ ਦੇ ਉੱਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਮੁਝੇ ਸ਼ੋਅ ਤੇ ਪ੍ਰਾਣ ਵਾਸਤੇ ਜੀ। ਬਹੁਤ ਧੰਨਵਾਦ ਤੁਹਾਡਾ ਵੀ ਕਰਦੇ ਆ, ਤੁਸੀਂ ਸਾਡੇ ਦਰਸ਼ਕਾਂ ਲਈ ਜਿਹੜਾ ਸਮਾਂ ਹੈਗਾ ਉਹ ਕੱਢਿਆ। ਸੋ ਸਭ ਤੋਂ ਪਹਿਲਾਂ ਅਸੀਂ ਹੁਣ ਜਾਣਨਾ ਚਾਹੁੰਦੇ ਹਾਂ ਕਿ ਥਾਇਰਾਇਡ ਹੈ ਕੀ ਹੈ, ਕਿ ਵਾਕਈ ਇੱਕ ਬਿਮਾਰੀ ਹੈ? ਹਾਂਜੀ, ਥਾਇਰਾਇਡ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਥਾਇਰਾਇਡ ਕੋਈ ਬਿਮਾਰੀ ਨਹੀਂ ਹੈਗੀ। ਇਹ ਸਾਡੇ ਗਲੇ ਵਿੱਚ ਇੱਕ ਗਲੈਂਡ ਹੁੰਦਾ ਹੈ ਜਿਹਦੇ ਵਿੱਚੋਂ ਕੁਝ ਹਾਰਮੋਨ ਸਿਕ੍ਰੀਟ ਹੁੰਦੇ ਹੈਗੇ ਜਿਹੜੀ ਸਾਡੀ ਬਾਡੀ ਦੇ ਰੈਗੂਲੇਸ਼ਨ ਵਾਸਤੇ, ਗਰੋਥ ਵਾਸਤੇ, ਇਸ ਤੋਂ ਇਲਾਵਾ ਟੈਂਪਰੇਚਰ ਮੈਨੇਜਮੈਂਟ ਵਾਸਤੇ, ਮੈਟਾਬੋਲਾਈਜੇਸ਼ਨ ਵਾਸਤੇ ਜ਼ਰੂਰੀ ਹੈਗਾ। ਸੋ ਥਾਇਰਾਇਡ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈਗੀ, ਇਹ ਇੱਕ ਹਾਰਮੋਨ ਹੈਗਾ ਜਿਹੜੀ
ਬੋਡੀ ਨੂੰ ਲੋਡ ਹੁੰਦੀ ਹੈ। ਲੇਕਿਨ ਇਹ ਜਿਹੜਾ ਹਾਰਮੋਨ ਹੈ ਇਹ ਇੱਕ ਰੇਂਜ ਵਿੱਚ ਹੀ ਵਧੀਆ ਰਹਿੰਦਾ ਹੈ। ਜਦ ਇੱਕ ਰੇਂਜ ਤੋਂ ਬਾਹਰ ਚਲੇ ਜਾਂਦਾ ਹੈ, ਚਾਹੇ ਵੱਧ ਜਾਵੇ ਚਾਹੇ ਘਟ ਜਾਵੇ, ਤੇ ਇਹਦੇ ਕਰਕੇ ਬੋਡੀ ਵਿੱਚ ਇੰਬੈਲੈਂਸ ਆਣੇ ਸ਼ੁਰੂ ਹੋ ਜਾਂਦੇ ਹੈ, ਜਿਵੇਂ ਕਿ ਹੇਅਰ ਲਾਸ ਹੋਣਾ ਸ਼ੁਰੂ ਹੋ ਜਾਣਾ, ਜਾਂ ਫਿਰ ਅਚਾਨਕ ਵਜਨ ਵੱਧ ਜਾਣਾ, ਅਚਾਨਕ ਵਜਨ ਘਟ ਜਾਣਾ, ਜਾਂ ਬਹੁਤ ਠੰਡ ਲੱਗਣ ਪੈਣੀ, ਜਾਂ ਬਹੁਤ ਗਰਮੀ ਲੱਗਣ ਲੱਗ ਪੈਣੀ, ਬਿਨਾਂ ਕਿਸੇ ਕਾਰਨ ਤੋਂ ਚਿੜਚਿੜਾਪਨ ਹੋ ਜਾਣਾ। ਤੇ ਇਸ ਤਰ੍ਹਾਂ ਦੇ ਜਿਹੜੇ ਸਿੰਪਟਮਸ ਹੁਣ ਆਣੇ ਸ਼ੁਰੂ ਹੁੰਦੇ ਹੈ, ਤੇ ਇਹਨੂੰ ਫਿਰ ਥਾਇਰਾਇਡ ਦੇ ਲੱਛਣ ਮੰਨ ਕੇ ਤੇ ਟੈਸਟ ਕਰਾਇਆ ਜਾਂਦਾ ਹੈ। ਤੇ ਟੈਸਟ ਵਿੱਚ ਅਗਰ ਕਨਫਰਮ ਹੋ ਜਾਏ ਤੇ ਥਾਇਰਾਇਡ ਇੰਬੈਲੈਂਸ ਦੀ ਡਿਜ਼ੀਜ਼ ਬਣ ਜਾਂਦੀ ਹੈਗੀ ਹੈ। तो थायराइड अपने आप में कोई बीमारी नहीं हैगी, एक ग्लैंड हैगा जिहदा काम हैगा थायराइड हार्मोन ਨੂੰ ਪ੍ਰੋਡਿਊਸ ਕਰਨਾ। ਸੋ ਇਹਨੂੰ ਇੱਕ ਸੇਫ ਰੇਂਜ ਵਿੱਚ ਹੋਣਾ, ਇਹੀ ਸੇਫ ਮੰਨਿਆ ਜਾਂਦਾ ਹੈਗਾ। ਸੋ ਕਿਸ ਤਰ੍ਹਾਂ ਦੇ ਇਸ਼ੂ ਆਉਣ ਲੱਗ ਪੈਂਦੇ ਨੇ ਇਨਸਾਨੀ ਬਾਡੀ ਨੂੰ ਕਿ ਜਦੋਂ ਪਤਾ ਲੱਗੇ ਵੀ ਆ ਥਾਇਰਾਇਡ ਦੇ ਨਾਲ ਹੁਣ ਸਾਡਾ ਜਿਹੜਾ ਇੰਬੈਲੈਂਸ ਹੋ ਗਿਆ, ਸੋ ਕਿਸ ਤਰ੍ਹਾਂ ਦੇ ਇਹਦੇ ਇਸ਼ੂਸ ਹੁੰਦੇ ਨੇ? ਹਾਂਜੀ, ਸੋ ਥਾਇਰਾਇਡ ਦੋ ਤਰ੍ਹਾਂ ਦਾ ਮੇਨਲੀ ਹੁੰਦਾ ਹੈਗਾ, ਇੱਕ ਹਾਈਪਰ ਥਾਇਰਾਇਡ ਹੁੰਦਾ ਹੈਗਾ, ਇੱਕ ਹਾਈਪੋਥਾਇਰਾਇਡ ਹੁੰਦਾ ਹੈਗਾ। ਹਾਈਪਰ ਦਾ ਮਤਲਬ ਹੁੰਦਾ ਕੋਈ ਵੀ ਚੀਜ਼ ਜ਼ਰੂਰਤ ਤੋਂ ਵੱਧ ਹੋ ਜਾਵੇ, ਹਾਈਪੋ ਦਾ ਮਤਲਬ ਹੁੰਦਾ ਘੱਟ ਹੋ ਜਾਵੇ। ਜਿਵੇਂ ਆਪਾਂ ਹਾਈਪਰਟੈਂਸ਼ਨ ਦੀ ਗੱਲ ਕਰਦੇ ਹਾਂ, ਹਾਈਪਰਟੈਂਸ਼ਨ ਮਤਲਬ ਕਿ ਬਲੱਡ ਪ੍ਰੈਸ਼ਰ ਵੱਧ ਜਾਵੇ, ਤੇ ਹਾਈਪੋਟੈਂਸ਼ਨ ਮਤਲਬ ਬਲੱਡ ਪ੍ਰੈਸ਼ਰ ਘਟ ਜਾਵੇ। ਇਸੇ ਤਰ੍ਹਾਂ ਸ਼ੂਗਰ ਵਿੱਚ ਆਪਾਂ ਗੱਲ ਕਰਦੇ ਹਾਂ ਤਾਂ ਹਾਈਪਰਗਲਾਈਸੀਮੀਆ ਯਾਨੀ ਕਿ ਸ਼ੂਗਰ ਜਿਹੜਾ ਹੈਗਾ ਜ਼ਿਆਦਾ ਹੋ ਜਾਵੇ, ਤੇ ਹਾਈਪੋਗਲਾਈਸੀਮੀਆ ਯਾਨੀ ਕਿ ਘਟ ਜਾਵੇ। ਇਸੇ ਤਰ੍ਹਾਂ ਹਾਈਪਰ ਥਾਇਰਾਇਡ ਯਾਨੀ ਕਿ ਥਾਇਰਾਇਡ ਜ਼ਿਆਦਾ ਬਣਨ ਲੱਗ ਪਵੇ, ਤੇ ਹਾਈਪੋਥਾਇਰਾਇਡ ਯਾਨੀ ਕਿ ਥਾਇਰਾਇਡ ਘੱਟ ਬਣਨ ਲੱਗ ਪਵੇ। ਸੋ ਇਹ ਦੋਨੋਂ ਹੀ ਕੇਸ ਵਿੱਚ ਸਾਨੂੰ ਨੁਕਸਾਨ ਹੁੰਦੇ ਹੈਗੇ ਆ। तो ਜਿਹੜਾ ਆਪਾਂ ਹਾਈਪੋਥਾਇਰਾਇਡ ਦੀ ਗੱਲ ਕਰੀਏ, ਇਸ ਕੇਸ ਵਿੱਚ ਕੀ ਹੁੰਦਾ ਹੈਗਾ ਕਿ ਜਿਹੜਾ ਸਾਡਾ ਥਾਇਰਾਇਡ ਹੈਗਾ T3 ਤੇ T4 ਇਹ ਘੱਟ ਬਣਦਾ ਹੈਗਾ। ਤੇ ਇਸ ਤੋਂ ਇਲਾਵਾ ਦੂਜਾ ਡਾਇਗਨੋਸਿਸ ਵਿੱਚ ਕੀ ਪਤਾ ਲੱਗਦਾ ਹੈਗਾ, TSH ਇਸ ਕੇਸ ਵਿੱਚ ਵੱਧ ਜਾਂਦਾ ਹੈਗਾ। ਤੇ ਹਾਈਪਰਥਾਇਰਾਇਡ ਵਿੱਚ ਕੀ ਹੁੰਦਾ ਹੈ, T3 ਤੇ T4 ਜ਼ਿਆਦਾ ਬਣਦੇ ਹੈਗੇ, ਤੇ TSH ਜਿਹੜਾ ਹੈਗਾ ਉਹ ਘਟ ਜਾਂਦਾ ਹੈਗਾ। ਇਹਦੇ ਕਰਕੇ ਕੁਝ ਲੱਛਣ ਜਿਹੜੇ ਸਾਨੂੰ ਆਉਂਦੇ ਹੈਗੇ ਉਹ ਹੈਗੇ ਕਿ ਜ਼ਿਆਦਾ ਖਾਏ ਬਗੈਰ ਹੀ ਸਾਡਾ ਵਜ਼ਨ ਅਚਾਨਕ ਤੋਂ 15 ਕਿਲੋ 20 ਕਿਲੋ ਵਧਣਾ ਸ਼ੁਰੂ ਹੋ ਜਾਂਦਾ ਹੈਗਾ। ਹੁਣ ਸਾਨੂੰ ਇੱਕ ਕੱਲ ਪੇਸ਼ੈਂਟ ਨੇ ਕੰਟੈਕਟ ਕੀਤਾ, ਉਹ ਕਹਿੰਦੇ ਕਿ ਮੈਨੂੰ ਸਾਲ ਤੋਂ ਥਾਇਰਾਇਡ ਹੈਗਾ, ਮੇਰਾ ਵਜ਼ਨ 18 ਕਿਲੋ ਵੱਧ ਗਿਆ ਹੈਗਾ। ਸੋ ਅਚਾਨਕ ਤੋਂ ਹੀ ਇੰਨਾ weight ਵੱਧ ਜਾਂਦਾ ਹੈਗਾ। ਸੋ ਇਹ ਪ੍ਰੋਬਲਮ ਥਾਇਰਾਇਡ ਦੇ ਨਾਲ ਆ ਜਾਂਦੀ ਹੈਗੀ ਹੈ। ਜਾਂ ਫਿਰ ਵਜ਼ਨ ਅਚਾਨਕ ਤੋਂ ਘਟਣਾ ਸ਼ੁਰੂ ਹੋ ਜਾਏ, ਅਚਾਨਕ ਤੋਂ 5-10 ਕਿਲੋ ਲੂਜ਼ ਹੋ ਜਾਣ ਬਿਨਾਂ ਕਿਸੇ ਕਾਰਨ ਦੇ। तो इसी तरह जे अचानक बहुत ज्यादा हेयर लॉस होने लग पवे, या अचानक बहुत ठंडा या गर्म लगना शुरू हो जाए, या फिर डिप्रेशन में बंदा चले जाए बिना किसी कारण तो, या फिर इम्यूनिटी लो हो जाए, या ओवरऑल बॉडी ही इंपैक्ट हो जाती है, तो वो पता लग जाता है कि हाँ भाई थायराइड इंबैलेंस हो सकता है। जरूरी नहीं है कि थायराइड करके ही ये प्रॉब्लम होएगी, प्रॉब्लम कुछ और भी हो सकती है, पर थायराइड की एक इंडिकेशन होती है जे इस तरह के लक्षण हो। ਸੋ ਕਿਵੇਂ ਆਪਾਂ ਮਤਲਬ ਪਤਾ ਲਗਾ ਲਈਏ ਇਹਨੂੰ, ਜਾ ਕੇ ਇਹਦਾ ਕੋਈ ਟੈਸਟ ਵਗੈਰਾ ਹੁੰਦੇ ਨੇ ਜਿੱਥੋਂ ਪਤਾ ਲੱਗਦਾ ਵੀ ਇੰਬੈਲੈਂਸ ਹੋ ਗਿਆ, ਘਟ ਗਿਆ ਜਾਂ ਵੱਧ ਗਿਆ, ਕਿਵੇਂ ਪਤਾ ਲਾ ਸਕਦੇ ਆ ਆਪਾਂ? ਹਾਂਜੀ, ਥਾਇਰਾਇਡ ਦਾ ਟੈਸਟ ਹੁੰਦਾ ਹੈਗਾ, ਥਾਇਰਾਇਡ ਦਾ ਟੈਸਟ, ਔਰ ਉਸ ਟੈਸਟ ਵਿੱਚ ਜਿਹੜੀ ਮੇਨ ਚੀਜ਼ ਹੁੰਦੀ ਹੈ ਉਹ TSH ਹੁੰਦੀ ਹੈ, ਜਿਹੜੀ ਦੇਖਣ ਵਾਲੀ ਹੁੰਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ। ਇਸ ਤੋਂ ਇਲਾਵਾ T3 ਵੀ ਹੁੰਦਾ ਹੈ, T4 ਵੀ ਹੁੰਦਾ ਹੈਗਾ, ਮੇਨ ਥਿੰਗ ਇਜ਼ TSH। तो जे अगर ਤੁਹਾਡੀ TSH 0.3 ਤੋਂ ਲੈ ਕੇ 5.5 ਦੇ ਵਿਚਕਾਰ ਹੈ, then it is completely normal range, ਇਹਦੇ ਵਿੱਚ ਕੋਈ ਵੀ ਇਸ਼ੂ ਨਹੀਂ ਹੈਗਾ। ਬਟ ਜੇ 6 ਤੋਂ ਉੱਤੇ 7 ਤੋਂ ਉੱਤੇ 8 ਤੋਂ ਉੱਤੇ ਜਾਣ ਲੱਗ ਪਵੇ TSH, that means ਕਿ you are going towards hypothyroidism। ਤੇ ਜੇ ਤੁਹਾਡਾ 0.25 ਤੋਂ ਥੱਲੇ ਜਾ ਰਿਹਾ ਹੈ ਤਾਂ you are going towards hyperthyroidism। तो इस तरह ਇਹ ਟੈਸਟ ਨੂੰ ਕਨਫਰਮ ਕੀਤਾ ਜਾ ਸਕਦਾ ਹੈ। ਠੀਕ ਹੈ, ਠੀਕ ਹੈ। ਸੋ ਆਪਾਂ ਦੇਖਦੇ ਹਾਂ ਵੀ ਜਦੋਂ ਚਲੋ ਮੰਨ ਲਓ ਕਿ ਕਿਸੇ ਨੂੰ ਵੀ ਇਹ ਜਿਹੜਾ ਇੰਬੈਲੈਂਸ ਹੋ ਜਾਂਦਾ ਹੈ ਥਾਇਰਾਇਡ ਦਾ, ਸੋ ਉਸ ਤੋਂ ਬਾਅਦ ਉਹ ਡਾਕਟਰਾਂ ਦਾ ਸਹਾਰਾ ਲੈਂਦੇ ਨੇ ਕਿ ਡਾਕਟਰ ਫਿਰ ਉਹਨਾਂ ਨੂੰ ਅੱਗੋਂ ਦਵਾਈਆਂ ਜਿਹੜੀਆਂ ਐਲੋਪੈਥੀ ਦੇ ਨਾਲ ਸੰਬੰਧਿਤ ਹੁੰਦੀਆਂ, ਸੋ ਉਹ ਲਿਖ ਕੇ ਦੇ ਦਿੰਦੇ ਆ ਕਿ ਤੁਸੀਂ ਕੰਟੀਨਿਊਸਲੀ ਰਹਿੰਦੀ ਜ਼ਿੰਦਗੀ ਤੱਕ ਤੁਸੀਂ ਇਹ ਖਾਓਗੇ ਤਾਂ ਤੁਹਾਡਾ ਇਹ ਠੀਕ ਰਹੂਗਾ, ਇਹ ਠੀਕ ਨਹੀਂ ਹੋਣਾ। ਸੋ ਐਲੋਪੈਥੀ ਦੇ ਨਾਲ ਇਸ ਦਾ ਇਲਾਜ ਹੈ ਕਿ ਜੇਕਰ ਹੈ ਤਾਂ ਕਿਵੇਂ ਹੈ, ਜੇਕਰ ਨਹੀਂ ਹੈ ਤੇ ਕਿਉਂ ਹੈ, ਕਿਉਂ ਨਹੀਂ ਹੈ? ਸੋ ਇਹਦੇ ਬਾਰੇ ਦੱਸੋ ਸਾਨੂੰ ਜੀ। ਹਾਂਜੀ, ਥਾਇਰਾਇਡ ਦਾ ਐਲੋਪੈਥੀ ਵਾਲੇ ਤਾਂ ਖੁਦ ਕਹਿੰਦੇ ਨੇ ਕਿ ਇਟ ਇਜ਼ ਨਾਟ ਕਿਉਰੇਬਲ, ਇਟ ਇਜ਼ ਐਨ ਇਨਕਿਉਰੇਬਲ ਡਿਜ਼ੀਜ਼, ਓਨਲੀ ਇਟ ਕੈਨ ਬੀ ਮੈਨੇਜਡ। ਯਾਨੀ ਇਹਦਾ ਕੋਈ ਜੜ ਤੋਂ ਇਲਾਜ ਨਹੀਂ ਹੈਗਾ, ਇਹ ਸਿਰਫ ਮੈਨੇਜ ਕੀਤੀ ਜਾ ਸਕਦੀ ਹੈ ਦਵਾਈਆਂ ਦੇ ਨਾਲ। ਜਿਵੇਂ ਡਾਇਬੀਟੀਜ਼ ਤੇ BP ਬਾਰੇ ਆਪਾਂ ਗੱਲ ਕਰਦੇ ਹਾਂ, ਉਹ ਕਹਿੰਦੇ ਕਿ ਵੀ ਸ਼ੂਗਰ ਦੀ ਦਵਾਈਆਂ ਸਾਰੀ ਉਮਰ ਖਾਣੀਆਂ ਤਾਂ ਸ਼ੂਗਰ ਤੁਹਾਡਾ ਕੰਟਰੋਲ ਰਹੇਗਾ, BP ਕੰਟਰੋਲ ਰਹੇਗਾ। ਅਦਰਵਾਈਜ਼ BP ਹਾਈਪਰਟੈਂਸ਼ਨ ਦਾ ਤੇ ਡਾਇਬੀਟੀਜ਼ ਦਾ ਕੋਈ ਇਲਾਜ ਨਹੀਂ ਹੈਗਾ। ਪਰ ਸੱਚਾਈ ਇਹ ਹੈਗੀ ਕਿ ਡਾਇਬੀਟੀਜ਼ ਦਾ ਵੀ ਇਲਾਜ ਹੈਗਾ, ਬਲੱਡ ਪ੍ਰੈਸ਼ਰ ਦੇ ਹਾਈ ਹੋਣ ਦਾ ਵੀ ਇਲਾਜ ਹੈਗਾ, ਤੇ ਥਾਇਰਾਇਡ ਇੰਬੈਲੈਂਸ ਹੋਣ ਦਾ ਵੀ ਇਲਾਜ ਹੈਗਾ। ਪਰ ਐਲੋਪੈਥੀ ਵਿੱਚ ਕੀ ਹੁੰਦਾ ਹੈਗਾ ਕਿ ਜਿਵੇਂ ਡਾਇਬੀਟੀਜ਼ ਦੇ ਕੇਸ ਵਿੱਚ ਕੀ ਹੁੰਦਾ ਹੈ, ਪੇਸ਼ੈਂਟ ਇੱਕ ਮੈਟਮੋਰਫਿਨ ਦੀ ਗੋਲੀ ਤੋਂ ਸ਼ੁਰੂ ਕਰਦਾ ਹੈ ਤੇ ਵੱਧਦੇ ਫਿਰ ਇਨਸੂਲਿਨ ਇੰਜੈਕਸ਼ਨ ਤੇ ਆ ਜਾਂਦਾ ਹੈਗਾ, ਫਿਰ ਕਿਡਨੀ ਫੇਲੀਅਰ ਤੇ ਲਿਵਰ ਫੇਲੀਅਰ ਤੇ ਹੋਰ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀਆਂ ਨੇ। ਇਸੇ ਤਰ੍ਹਾਂ BP ਦੀ ਕੇਸ ਵਿੱਚ ਵੀ ਹੁੰਦਾ ਹੈਗਾ ਕਿ BP ਦੀ ਡਾਇਰੈਟਿਕ ਜਾਂ ਹੋਰ ਗੋਲੀਆਂ ਚੱਲਦੀਆਂ ਨੇ, ਉਹਦੇ ਨਾਲ ਕੀ ਹੁੰਦਾ ਹੈ, ਦਿਲ ਕਮਜ਼ੋਰ ਹੁੰਦਾ ਜਾਂਦਾ ਹੈਗਾ, ਪਲੱਸ ਲੀਵਰ ਤੇ ਕਿਡਨੀ ਤੇ ਇੰਪੈਕਟ ਪੈਂਦਾ ਹੈ। ਐਂਡ ਮੋਸਟਲੀ ਕੀ ਹੁੰਦਾ, ਜਿੰਨੇ ਵੀ ਲੋਕੀ BP ਦੀ ਗੋਲੀਆਂ ਲਗਾਤਾਰ 15 20 25 ਸਾਲ ਤੱਕ ਖਾਂਦੇ ਨੇ, ਮੋਸਟ ਆਫ ਦਾ ਟਾਈਮ ਉਹਨਾਂ ਦੀ ਕਿਡਨੀ ਫਿਰ ਫੇਲ ਹੋ ਜਾਂਦੀ ਹੈ ਐਂਡ ਫਿਰ ਉਹਨਾਂ ਨੂੰ ਡਾਇਲਿਸਿਸ ਕਰਾਉਣਾ ਪੈਂਦਾ ਹੈਗਾ। ਸੋ ਇਸ ਤਰ੍ਹਾਂ ਕੀ ਹੁੰਦਾ ਹੈ, ਦਵਾਈਆਂ ਵੀ ਵਿਕਦੀਆਂ ਰਹਿੰਦੀਆਂ ਨੇ,
ਫਿਰ ਦਵਾਈਆਂ ਦਾ ਸਾਈਡ ਇਫੈਕਟ ਕਰਕੇ ਜਿਹੜਾ ਵੱਡਾ ਪ੍ਰੋਬਲਮ ਆਉਂਦੀ ਹੈ, ਫਿਰ ਕਿਡਨੀ ਟ੍ਰਾਂਸਪਲਾਂਟ ਤੱਕ ਗੱਲ ਪਹੁੰਚ ਜਾਂਦੀ ਹੈ, ਉਹਦੇ ਵੀ ਪੈਸੇ ਹਸਪੀਟਲ ਵਾਲੇ ਬਣਾ ਲੈਂਦੇ ਹੈਗੇ। ਔਰ ਥਾਇਰਾਇਡ ਵਿੱਚ ਵੀ ਇਹੀ ਹੁੰਦਾ ਹੈਗਾ ਕਿ ਥਾਇਰਾਇਡ ਵਿੱਚ ਵੀ ਲੈਵੋਥੈਰੈਕਸੀਨ ਜਾਂ ਇਸ ਤਰ੍ਹਾਂ ਦੀ ਗੋਲੀਆਂ ਪਕੜਾ ਦਿੱਤੀਆਂ ਜਾਂਦੀਆਂ ਨੇ, ਸਟਾਰਟਿੰਗ ਫਰਮ 25 mg, ਫਿਰ 50, ਫਿਰ 75, ਫਿਰ 100, ਫਿਰ 125, ਇਸ ਤਰ੍ਹਾਂ ਕਰਦੇ ਕਰਦੇ ਗੋਲੀ ਦੀ ਡੋਜ਼ ਵੱਧਦੀ ਜਾਂਦੀ ਹੈ। ਥਾਇਰਾਇਡ ਸਾਡਾ ਗੋਲੀ ਦੇ ਨਾਲ ਕੰਟਰੋਲ ਵਿੱਚ ਰਹਿੰਦਾ ਹੈ, ਔਰ ਥੋੜੇ ਟਾਈਮ ਬਾਅਦ ਫਿਰ ਗੋਲੀ ਦੀ ਡੋਜ਼ ਵੱਧਦੀ ਹੈ ਤਾਂ ਉਹ ਕੰਟਰੋਲ ਵਿੱਚ ਰਹਿਣਾ ਸ਼ੁਰੂ ਹੁੰਦਾ ਹੈ। ਪ੍ਰੋਬਲਮ ਕੀ ਆਉਂਦੀ ਹੈ, ਦਵਾਈ ਖਾਣ ਕਰਕੇ, ਦਵਾਈ ਵਿੱਚ ਹੁੰਦੇ ਤਾਂ ਕੈਮੀਕਲ ਹੀ ਨੇ, ਹੁਣ ਉਹ ਕੈਮੀਕਲ ਸਾਡੀ ਬੋਡੀ ਵਿੱਚ ਜਾ ਕੇ ਸਾਈਡ ਇਫੈਕਟ ਕਰਦੇ ਨੇ। ਤਾਂ ਕੋਈ ਵੀ ਬੰਦਾ ਅਗਰ ਥਾਇਰਾਇਡ ਦੀ ਗੋਲੀ ਲਗਾਤਾਰ 15-20 ਸਾਲ ਖਾਂਦਾ ਹੈ ਤਾਂ ਉਹਨੂੰ ਨਾਲ ਡਾਇਬੀਟੀਜ਼, ਫਿਰ ਨਾਲ ਹਾਈ ਬਲੱਡ ਪ੍ਰੈਸ਼ਰ, ਇਸ ਤਰ੍ਹਾਂ ਦੀ ਪ੍ਰੋਬਲਮਸ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕੋਲੇਸਟ੍ਰੋਲ ਦੀ ਆਉਣੀ ਸ਼ੁਰੂ ਹੋ ਜਾਂਦੀਆਂ ਨੇ। ਤਾਂ ਇਹ ਥਾਇਰਾਇਡ, ਬੀਪੀ, ਕੋਲੇਸਟ੍ਰੋਲ ਤੇ ਸ਼ੂਗਰ ਜਿਹੜੀ ਰਿਲੇਟਡ ਹੈਗੀ ਆ, ਕੋਈ ਵੀ ਹਾਰਮੋਨ ਇੰਬੈਲੈਂਸ ਹੋਏਗਾ, ਕੋਈ ਵੀ ਕੈਮੀਕਲ ਬੋਡੀ ਵਿੱਚ ਫਿਰ ਐਕਸਟਰਨਲੀ ਦਿੱਤਾ ਜਾਏਗਾ ਤੇ ਬਾਕੀ ਜਿਹੜੇ ਪੈਰਾਮੀਟਰਸ ਨੇ ਉਹ ਵੀ ਇੰਬੈਲੈਂਸ ਹੋ ਸਕਦੇ ਨੇ। ਇਸ ਕਰਕੇ ਹੋਰ ਵੀ ਬਿਮਾਰੀਆਂ ਨਾਲ ਨਾਲ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਹ ਸਾਈਡ ਇਫੈਕਟ ਹੁੰਦੇ ਹੈਗੇ, ਇਹਦਾ ਇਲਾਜ ਐਲੋਪੈਥੀ ਵਿੱਚ ਨਹੀਂ ਹੈਗਾ। ਸੋ ਐਲੋਪੈਥੀ ਦੇ ਵਿੱਚ ਇਸ ਦਾ ਇਲਾਜ ਹੈ ਨਹੀਂ ਆ, ਪਰ ਕੀ ਤੁਸੀਂ ਮੰਨਦੇ ਹੋ ਕਿ ਜੋ ਤਰੀਕਾ ਤੁਸੀਂ ਲੈ ਕੇ ਚੱਲ ਰਹੇ ਹੋ, ਪਹਿਲਾਂ ਵੀ ਕਾਫੀ ਮਰੀਜ਼ਾਂ ਦੇ ਉੱਤੇ ਤੁਸੀਂ ਇਹ ਤਰੀਕੇ ਅਪਣਾਏ ਨੇ, ਸੋ ਜਿਵੇਂ ਤੁਸੀਂ ਦੱਸਦੇ ਹੋ ਕਿ ਬਹੁਤ ਸਾਰਿਆਂ ਨੂੰ ਫਰਕ ਵੀ ਪਿਆ, ਪਰ ਸ਼ੂਗਰ ਹੋ ਜੇ, ਬੀਪੀ ਹੋ ਜੇ, ਜਾਂ ਫਿਰ ਥਾਇਰਾਇਡ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਤੁਸੀਂ ਠੀਕ ਵੀ ਕੀਤਾ, ਕਰੋਨਾ ਕਾਲ ਦੇ ਵਿੱਚ ਵੀ ਤੁਸੀਂ ਕਾਫੀ ਕੰਮ ਕੀਤਾ। ਸੋ ਥਾਇਰਾਇਡ ਨੂੰ ਕਿਉਰ ਕੀਤਾ ਜਾ ਸਕਦਾ ਮਤਲਬ ਤੁਹਾਡੇ ਮੁਤਾਬਕ? ਹਾਂਜੀ, ਬਿਲਕੁਲ ਥਾਇਰਾਇਡ ਨੂੰ ਕਿਉਰ ਕੀਤਾ ਜਾ ਸਕਦਾ ਹੈਗਾ ਐਂਡ ਕਿਉਰ ਹੁੰਦਾ ਵੀ ਹੈਗਾ। ਮੈਂ ਤੁਹਾਨੂੰ ਆਪਣੇ 3 ਪੇਸ਼ੈਂਟਸ ਦਾ ਐਗਜ਼ਾਮਪਲ ਦਿੰਦਾ, ਮੇਰੇ ਇਸੇ ਮਹੀਨੇ ਜਿਹੜੇ ਮੈਂ ਠੀਕ ਕੀਤੇ ਆ 3 ਪੇਸ਼ੈਂਟ। ਇੱਕ ਪੇਸ਼ੈਂਟ ਸਾਡੇ ਆਪਣਾ ਲੰਡਨ, ਆਪਣਾ ਤੁਹਾਡੇ ਯੂਕੇ ਵਾਲਾ ਨਹੀਂ, ਇੱਥੇ ਕੈਨੇਡਾ ਵਿੱਚ ਵੀ ਇੱਕ ਲੰਡਨ ਹੈਗਾ, ਉੱਥੇ ਰਹਿੰਦੇ ਹੈਗੇ ਤੇ ਉਹਨਾਂ ਦਾ 12 ਪੁਆਇੰਟ ਤੱਕ TSH ਸੀਗਾ, ਯਾਨੀ ਉਹਨਾਂ ਨੂੰ ਹਾਈਪੋਥਾਇਰੋਇਡਿਜ਼ਮ ਦੀ ਪ੍ਰੋਬਲਮ ਸੀਗੀ ਤੇ ਉਹਨਾਂ ਨੇ ਡਾਈਟ ਜਦ ਸ਼ੁਰੂ ਕੀਤੀ ਤੇ 1 ਮਹੀਨੇ ਬਾਅਦ ਉਹਨਾਂ ਦੀ ਡਾਈਟ ਲੈਂਡ ਕਰਕੇ 12 ਤੋਂ ਉਹਨਾਂ ਦਾ 9 ਤੇ ਆ ਗਿਆ, ਫਿਰ ਅਗਲੇ ਮਹੀਨੇ ਚੈੱਕ ਕਰਾਇਆ ਤੇ 9 ਤੋਂ 6 ਤੇ ਆ ਗਿਆ। ਤਾਂ ਹੁਣ ਬੇਸਿਕਲੀ ਉਹ ਨਾਰਮਲ ਰੇਂਜ ਵਿੱਚ ਆ ਗਏ। 2-3 ਮਹੀਨੇ ਵਿੱਚ ਹੀ ਉਹਨਾਂ ਦਾ ਥਾਇਰਾਇਡ ਜਿਹੜਾ ਸੀਗਾ ਉਹ ਠੀਕ ਹੋ ਗਿਆ, ਉਹਨਾਂ ਨੂੰ ਦਵਾਈ ਲੈਣ ਦੀ ਹੁਣ ਕੋਈ ਲੋੜ ਨਹੀਂ ਹੈਗੀ ਹੈ। ਇਸੇ ਤਰ੍ਹਾਂ ਸਾਡੇ ਆਸਟ੍ਰੇਲੀਆ ਪੇਸ਼ੈਂਟ ਹੈਗੇ ਪਰਮਿੰਦਰ ਸਿੰਘ, ਆਸਟ੍ਰੇਲੀਆ, ਉਹਨਾਂ ਦਾ ਵੀ ਮੈਨੂੰ ਲਾਸਟ ਵੀਕ ਉਹਨਾਂ ਨੇ ਵੀਡੀਓ ਭੇਜੀ ਬਣਾ ਕੇ ਕਿ ਭਈ ਮੈਨੂੰ ਸਵਪਨਦੋਸ਼ ਦੀ ਪ੍ਰੋਬਲਮ ਸੀਗੀ, ਦਾਤ ਦੀ ਪ੍ਰੋਬਲਮ ਸੀਗੀ, ਥਾਇਰਾਇਡ ਦੀ, ਹਾਈਪਰ ਥਾਇਰਾਇਡ ਦੀ ਪ੍ਰੋਬਲਮ ਸੀਗੀ, ਇਸ ਤੋਂ ਇਲਾਵਾ weight loss ਹੋ ਰਿਹਾ ਸੀਗਾ, ਹੋਰ ਪ੍ਰੋਬਲਮਸ ਆ ਰਹੀਆਂ ਸੀਗੀਆਂ। ਮਤਲਬ ਡਾਕਟਰਾਂ ਨੇ ਕਹਿਤਾ ਸੀਗਾ ਕਿ ਭਈ ਤੁਹਾਡੀ ਜਿਹੜੀ ਸਵੈਲਿੰਗ ਹੈ ਬਹੁਤ ਜ਼ਿਆਦਾ ਹੋ ਚੁੱਕੀ ਹੈ, ਤੁਹਾਨੂੰ ਆਪਰੇਸ਼ਨ ਹੀ ਕਰਾਉਣਾ ਪਏਗਾ ਥੋੜੇ ਟਾਈਮ ਤੱਕ, ਤੁਹਾਡੇ ਕੋਲ ਜ਼ਿਆਦਾ ਟਾਈਮ ਨਹੀਂ ਹੈਗਾ। तो दवाइयां भी खा रहे सी, कोई फर्क नहीं पै रहा सीगा। फिर डॉक्टरां ने ऑपरेशन तक कह दिता सीगा, तो उन्हां कोल कोई उम्मीद नहीं सीगी। फिर किसी ने सानू उन्हां नू साडे बारे दस्सिया ते साडे नाल गलबात हुई ते असीं उन्हां नू डाइट दित्ती ते वो 6 महीने उन्हां ने फॉलो कीती ते पूरी तरह ठीक हो गए। इन्हां दे केस 6 महीने इस करके लगे सीगे क्योंकि नाल उन्हां नू होर भी काफ़ी सारी परेशानियां सीगियां, इहदे वास्ते बहुत प्रॉपरली उन्हां नू आपां नू मतलब उन्हां नू अटेंशन देनी पई ते सानू हॉट एंड कोल्ड थेरेपीज़ होर चीज़ां उन्हां नू डाइट के अलावा भी करानियां पईयां तां जाके वो ठीक हो गए, पर ठीक हो गए सीगे। फिर इसी तरह साडे एक पेशेंट हैगे इंडिया विच जिहड़े परमजीत सिंह हैगे ते उन्हां नू 18 साल तो बीपी दी दवाइयां लगियां होईयां सीगियां, पिछले 2 साल तो डायबिटीज़ दी ते 12 साल तो थायराइड दी दवाइयां लगियां होईयां सीगियां। तो उन्हां नू हुण फॉलो करते हुए अजे भी उन्हां दी ट्रीटमेंट चल रही हैगी है, 2 महीने हो गए ने फॉलो करते हुए। 18 साल पुरानी जिहड़ी बीपी दी प्रॉब्लम सी, दवाइयां लैण तो बाद बीपी जिहड़ा 140 तो उत्ते रहिंदा सीगा, अज उन्हां दा बिना बीपी दी दवाइयां तो ही शुगर जिहड़ा बीपी हैगा वो 125 130 तक रहिंदा हैगा। इसी तरह उन्हां दी डायबिटीज़ जिहड़ी सीगी वो भी दवाइयां खाण तो बावजूद 250 तो उपर शुगर रहिंदा सीगा, हुण गोलियां ना खांदे होए भी 140 150 तक उन्हां दा शुगर रहिंदा हैगा। तो डायबिटीज़ ते बीपी उन्हां दा पूरी तरह ठीक हो चुकिया हैगा एंड थायराइड दी भी लेवल जिहड़ी हैगी वो घट गई हैगी है। तो विद इन अ पीरियड ऑफ लाइक अबाउट 1 और 2 मोर मंथ उन्हां दा थायराइड पूरी तरह ठीक हो जाएगा ते वो दवाइयां तो भी छुटकारा उन्हां नूं मिल जाएगा। सो बेसिकली ठीक हुंदे हैगे, थायराइड दे पेशेंट्स भी ठीक हुंदे हैगे, बीपी दे पेशेंट भी ते डायबिटीज़ दे भी। ਸਾਡੇ ਬਜ਼ੁਰਗ ਸੁਣ ਰਹੇ ਹੋਣਗੇ ਇਸ ਪ੍ਰੋਗਰਾਮ ਨੂੰ, ਸੋ ਇਹਦੇ ਵਿੱਚ ਅਸੀਂ ਦੱਸ ਦਈਏ ਵੀ ਘਬਰਾਉਣ ਦੀ ਲੋੜ ਨਹੀਂ ਹੈ। ਠੀਕ ਹੈ, ਸਾਡੇ ਆਮ ਜਿਹੜੀ ਜ਼ਿੰਦਗੀ ਦੇ ਵਿੱਚ ਅਸੀਂ ਜੋ ਡਾਈਟ ਲੈਂਦੇ ਆ, ਸਾਡਾ ਰਹਿਣ ਸਹਿਣ ਜਿਵੇਂ ਦਾ ਹੈਗਾ, ਖਾਣ ਪੀਣ ਜਿਹੋ ਜਿਹਾ ਹੈਗਾ, ਸੋ ਉਹਦੇ ਵਿੱਚ ਇਹ ਬਿਮਾਰੀਆਂ ਸਾਡੇ ਦਰਪੇਸ਼ ਆ ਜਾਂਦੀਆਂ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਮਤਲਬ ਇਹ ਸਾਰੇ ਠੀਕ ਹੋ ਸਕਦੇ ਨੇ, ਮਤਲਬ ਕੁਦਰਤੀ ਤਰੀਕਿਆਂ ਦੇ ਨਾਲ। ਸੋ ਕਮਲਪ੍ਰੀਤ, ਜੇਕਰ ਮੰਨ ਲਓ ਕਿ ਇਹਨੂੰ ਆਪਾਂ ਕਹੀਏ ਵੀ ਹਾਂ ਹੁਣ ਇਹ ਠੀਕ ਕਰਨਾ ਹੈ, ਕਿ ਕਿਹੋ ਜੀ ਡਾਈਟ ਚਾਹੀਦੀ ਇਹਦੇ ਵਾਸਤੇ, ਮਤਲਬ ਕਿਹੜੇ ਤਰੀਕੇ ਨੇ ਜਿਸ ਨਾਲ ਹੋ ਸਕਦਾ? ਤੇ ਪਹਿਲਾਂ ਮੈਂ ਚਾਹੁੰਦਾ ਕਿ ਸੰਖੇਪ ਦੇ ਵਿੱਚ, ਸ਼ਾਰਟ ਦੇ ਵਿੱਚ ਦੱਸ ਦਿਓ ਕਿ ਹੁੰਦਾ ਕਿਉਂ ਹੈ, ਮਤਲਬ ਇਹ ਚੀਜ਼ਾਂ ਹੁੰਦੀਆਂ ਕਿਉਂ ਨੇ? ਹਾਂਜੀ, ਇਹ ਬੇਸਿਕਲੀ ਥਾਇਰਾਇਡ ਦੀ ਜਿਹੜੀ ਪ੍ਰੋਬਲਮ ਹੈਗੀ, ਕਈ ਇਹਨੂੰ ਕਹਿੰਦੇ ਕਿ ਆਟੋ ਇਮਿਊਨ ਡਿਜ਼ੀਜ਼ ਹੈ, ਯਾਨੀ ਬੋਡੀ ਦੀ ਇਮਿਊਨਿਟੀ ਹੀ ਆਪਣੇ ਆਪ ਨੂੰ ਅਟੈਕ ਕਰ ਰਹੀ ਹੈਗੀ ਹੈ। ਬਟ ਮੋਸਟ ਆਫ ਦਾ ਕੇਸਿਸ ਜੋ ਅਸੀਂ ਦੇਖਿਆ ਹੈ ਉਹ ਹੈਗਾ ਕਿ ਸਾਡੇ ਰੋਂਗ ਲਾਈਫ ਸਟਾਈਲ ਐਂਡ ਗਲਤ ਡਾਈਟ, ਗਲਤ ਖਾਣ ਪੀਣ ਕਰਕੇ ਪ੍ਰੋਬਲਮ ਆਉਂਦੀ ਹੈਗੀ ਹੈ। ਐਂਡ ਦ ਮੂਮੈਂਟ ਵੀ ਸਟਾਰਟ ਚੇਂਜਿੰਗ ਆਵਰ ਡਾਈਟ ਐਂਡ ਲਾਈਫ ਸਟਾਈਲ, ਉਹਦੇ ਵਿੱਚ ਗ੍ਰੀਨ ਵੈਜੀਟੇਬਲਸ ਖਾਣੇ ਸ਼ੁਰੂ ਕਰਦੇ ਹੈਗੇ, ਅਸੀਂ ਫਰੂਟਸ ਖਾਣੇ ਸ਼ੁਰੂ ਕਰਦੇ ਹੈਗੇ, ਜੂਸ ਪੀਣਾ ਸ਼ੁਰੂ ਕਰਦੇ ਹੈਗੇ, ਤੇ ਧੀਰੇ ਧੀਰੇ ਇਹ ਪ੍ਰੋਬਲਮ ਠੀਕ ਹੋ ਜਾਂਦੀ ਹੈਗੀ ਹੈ। ਸੋ ਇਹ ਕਾਜ਼ ਜਿਹੜਾ ਹੈਗਾ ਬੇਸਿਕਲੀ ਸਾਡਾ ਡਾਈਟ ਐਂਡ ਲਾਈਫ ਸਟਾਈਲ ਖਰਾਬ ਹੋਣ ਕਰਕੇ, ਤੇ ਉਹਦੇ
ਡਾਈਟ ਐਂਡ ਲਾਈਫਸਟਾਈਲ ਖਰਾਬ ਹੋਣ ਦਾ ਕਾਰਨ ਕੀ ਹੁੰਦਾ ਹੈਗਾ, ਜਿਵੇਂ ਸਾਡੀ ਬੋਡੀ ਦੀ ਇੱਕ ਕਲੌਕ ਹੈਗੀ, ਬੋਡੀ ਦੀ ਕਲੌਕ ਹੁੰਦੀ ਹੈ, ਕਿੰਨੇ ਵਜੇ ਉੱਠਣਾ ਹੈ, ਕਿੰਨੇ ਵਜੇ ਸੋਣਾ ਹੈ, ਕਿੰਨੇ ਵਜੇ ਵਾਸ਼ਰੂਮ ਜਾਣਾ ਹੈਗਾ, ਇਹ ਸਾਡਾ ਡਿਸਟਰਬਡ ਹੈਗਾ। ਇਹਦੇ ਡਿਸਟਰਬ ਹੋਣ ਕਰਕੇ ਸਾਡੀ ਬੋਡੀ ਵਿੱਚ ਹਾਰਮੋਨਲ ਇੰਬੈਲੈਂਸ ਆਉਣ ਲੱਗ ਪੈਂਦੇ ਹੈਗੇ। ਇਸ ਤੋਂ ਇਲਾਵਾ ਸਾਡਾ ਖਾਣ ਪੀਣ ਦਾ ਤਰੀਕਾ ਜਿਹੜਾ ਹੈਗਾ ਉਹ ਖਰਾਬ ਹੋ ਗਿਆ ਹੈ। ਅਸੀਂ ਰੋਟੀ ਚਬਾ ਕੇ ਨਹੀਂ ਖਾਂਦੇ, ਜਲਦੀ ਜਲਦੀ ਵਿੱਚ ਖਾਂਦੇ ਆ, ਟੀਵੀ ਦੇਖਦੇ ਹੋਏ ਖਾਂਦੇ ਆ, ਫੋਨ ਚਲਾਉਂਦੇ ਹੋਏ ਖਾਂਦੇ ਆ, ਇਸ ਕਰਕੇ ਵੀ ਉਹ ਪ੍ਰੋਬਲਮ ਵੱਧਦੀ ਹੈਗੀ ਹੈ। ਪਲੱਸ ਜਿਹੜਾ ਜੰਕ ਫੂਡ ਹੈਗਾ, ਐਨੀਮਲ ਫੂਡ ਹੈਗਾ, ਪ੍ਰੋਸੈਸਡ ਫੂਡ ਹੈਗਾ, ਇਹ ਸਾਡੀ ਲਾਈਫ ਵਿੱਚ ਇੰਨਾ ਜ਼ਿਆਦਾ ਆ ਚੁੱਕਿਆ ਹੈ, ਜਿਹੜੇ ਕੈਮੀਕਲਸ ਨਾਲ ਭਰਿਆ ਹੋਇਆ ਹੈਗਾ, ਤਾਂ ਉਹ ਵੀ ਸਾਨੂੰ ਹਾਰਮ ਕਰਦਾ ਹੈਗਾ। ਸੋ ਇਹ ਟੌਕਸਿਨ ਬੇਸਿਕਲੀ ਐਕੂਮੂਲੇਟ ਹੋ ਜਾਂਦੇ ਆ ਸਾਡੇ ਥਾਇਰਾਇਡ ਗਲੈਂਡ ਵਿੱਚ, ਤੇ ਉਹ ਥਾਇਰਾਇਡ ਦੀ ਸਿਕ੍ਰੀਸ਼ਨ ਜਾਂ ਜ਼ਿਆਦਾ ਹੋਣ ਲੱਗ ਪੈਂਦੀ ਹੈ ਜ਼ਰੂਰਤ ਤੋਂ, ਜਾਂ ਘੱਟ ਹੋਣ ਲੱਗ ਪੈਂਦੀ ਹੈ। ਸੋ ਇੱਕ ਵਾਰ ਆਪਾਂ ਡਾਈਟ ਐਂਡ ਲਾਈਫਸਟਾਈਲ ਠੀਕ ਕਰ ਲਈਏ ਤੇ ਉਹ ਮੈਟਾਬੋਲਿਜ਼ਮ ਜਿਹੜਾ ਹੈਗਾ ਸਾਡਾ ਨਾਰਮਲ ਹੋ ਜਾਂਦਾ ਹੈਗਾ ਐਂਡ ਸਾਰੀ ਪ੍ਰੋਬਲਮ ਠੀਕ ਹੋ ਜਾਂਦੀ ਹੈ। ਸੋ ਡਾਈਟ ਪਲਾਨ ਕਿਹੋ ਜਿਹਾ ਹੋਣਾ ਚਾਹੀਦਾ, ਮਤਲਬ ਕਿ ਤੁਸੀਂ ਕੀ ਰეკਮੈਂਡ ਕਰਦੇ ਹੋ ਜਿਹੜਾ ਤੁਹਾਡੇ ਕੋਲ ਕੋਈ ਮਰੀਜ਼ ਇਹਦਾ ਆਉਂਦਾ ਹੈ, ਸੋ ਕਿਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਡਾਈਟ ਪਲਾਨ ਦਿੰਦੇ ਹੋ, ਕੀ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਸ਼ਾਮਲ ਹੁੰਦੀਆਂ ਕਿ ਜਿਸ ਨੂੰ ਫੋਲੋ ਕਰਕੇ ਤੇ ਉਹ ਜਿਹੜਾ ਮਰੀਜ਼ ਹੈ ਉਹ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦਾ, ਤੇ ਕਿੰਨੀ ਦੇਰ, ਮਤਲਬ ਕਿੰਨਾ ਸਮਾਂ ਲੱਗਦਾ। ਆਪਾਂ ਇਹ ਕਹਿ ਸਕਦੇ ਵੀ ਇੱਕ ਕੋਈ ਵੀ, ਚਲੋ ਮੰਨ ਲਓ ਵੀ ਕੋਈ ਵੀ ਕਹਿੰਦਾ ਵੀ ਭਾਈ ਮੈਨੂੰ ਆ ਪ੍ਰੋਬਲਮ ਹੈ, ਉਹ ਇਹ ਵੀ ਜਾਣਨਾ ਚਾਹੁੰਦਾ ਵੀ ਕਦੋਂ ਤੱਕ ਠੀਕ ਹੋ ਜੂਗੀ ਜੀ। ਸੋ ਕਿਵੇਂ ਤੁਸੀਂ ਦੇਖਦੇ ਹੋ ਕੀ ਡਾਈਟ ਪਲਾਨ ਹੈਗਾ, ਕਿੰਨੀ ਕੁ ਦੇਰ ਤੱਕ ਇਹ ਠੀਕ ਹੋ ਸਕਦਾ? ਹਾਂਜੀ, ਸੋ ਸਾਡੇ ਕੋਲ ਜਿਹੜਾ ਥਾਇਰਾਇਡ ਦਾ ਕੋਈ ਪੇਸ਼ੈਂਟ ਆਉਂਦਾ ਹੈ, ਪਹਿਲਾਂ ਤਾਂ ਆਪਾਂ ਉਹਨਾਂ ਦੀ ਪੂਰੀ ਮੈਡੀਕਲ ਹਿਸਟਰੀ ਲੈਂਦੇ ਹੈਗੇ, ਕਿਹੜੀ ਕਿਹੜੀ ਬਿਮਾਰੀਆਂ ਹੈਗੀਆਂ, ਕਿੰਨੇ ਟਾਈਮ ਤੋਂ ਹੈਗੀਆਂ, ਸਾਰਾ ਫਾਰਮ ਆਨਲਾਈਨ ਉਹਨਾਂ ਨੂੰ ਭਰਨਾ ਪੈਂਦਾ ਹੈ, ਪੂਰੀ ਇਨਫੋਰਮੇਸ਼ਨ ਉਹਦੇ ਤੇ ਪਾਣੀ ਪੈਂਦੀਆਂ ਨੇ। ਉਸ ਤੋਂ ਬਾਅਦ ਪ੍ਰੋਸੀਜਰ ਕੰਪਲੀਟ ਕਰਕੇ ਅਸੀਂ ਉਹਨਾਂ ਦੀ ਬੋਡੀ ਦਾ ਸਟਰਕਚਰ ਦੇਖ ਕੇ, ਕਿੰਨੇ ਵਜੇ ਉੱਠਦੇ ਨੇ, ਕਿੰਨੇ ਵਜੇ ਸੌਂਦੇ ਨੇ, ਕੀ ਕੰਮ ਕਰਦੇ ਨੇ, ਕਿੰਨਾ weight ਹੈਗਾ, ਕਿੰਨੀ ਹਾਈਟ ਹੈਗੀ, ਬੋਡੀ ਦੀ ਤਾਸੀਰ ਕੀ ਹੈਗੀ, ਉਸ ਹਿਸਾਬ ਨਾਲ ਇੱਕ ਡਾਈਟ ਪਲਾਨ ਬਣਾ ਕੇ ਦਿੰਦੇ ਹੈਗੇ ਆ ਮਾਰਨਿੰਗ ਤੋਂ ਲੈ ਕੇ ਨਾਈਟ ਤੱਕ ਦਾ, ਜਿਹਨੂੰ ਫੋਲੋ ਕਰਕੇ ਟੇਕਸ ਅਬਾਊਟ 3 to 4 ਮੰਥਸ। ਅਸੀਂ ਦੇਖਿਆ ਕਿ ਅਗਰ ਬਿਲਕੁਲ ਨਵੀਂ ਥਾਇਰਾਇਡ ਸ਼ੁਰੂ ਹੋਏ ਤਾਂ 1 ਮਹੀਨੇ ਵਿੱਚ ਠੀਕ ਹੋ ਜਾਂਦੀ ਹੈਗੀ ਹੈ, ਜੇ ਪੁਰਾਣੀ ਹੋਏ ਤਾਂ 3 ਤੋਂ 4 ਮਹੀਨੇ ਲੱਗਦੇ ਹੈਗੇ ਠੀਕ ਹੋਣ ਵਿੱਚ, ਤੇ ਕੁਝ ਕੇਸ ਵਿੱਚ 6 ਮਹੀਨੇ ਵੀ ਲੱਗ ਜਾਂਦੇ ਆ ਅਗਰ ਉਹਨਾਂ ਨੂੰ ਬਹੁਤ ਸਾਰੀ ਪ੍ਰੋਬਲਮਸ ਨਾਲ ਹੋਣ ਤੇ ਉਹਨਾਂ ਦੀ ਬੋਡੀ ਦੀ ਜਿਹੜੀ ਓਵਰਆਲ ਇਮਿਊਨਿਟੀ ਹੈ ਉਹ ਕਮਜ਼ੋਰ ਹੋਵੇ। ਤੇ ਇਸ ਕਰਕੇ ਡਿਪੈਂਡ ਕਰਦਾ ਹੈਗਾ, 3 to 6 ਮੰਥ ਲਾਈਕ ਇਹਦੇ ਵਿੱਚ ਟ੍ਰੀਟਮੈਂਟ ਪੂਰੀ ਤਰ੍ਹਾਂ ਹੋ ਜਾਂਦੀ ਹੈਗੀ ਹੈ। ਤੇ ਡਾਈਟ ਪਲਾਨ ਜਿਹੜਾ ਹੁੰਦਾ ਇਟ ਇਜ਼ ਅਬਾਊਟ 60 to 70% ਰॉ ਵੈਜੀਟੇਬਲਸ ਐਂਡ ਫਰੂਟਸ, ਮਤਲਬ ਕਿ ਲਗਭਗ 60 to 70% ਉਹਨਾਂ ਨੂੰ ਡਾਈਟ ਵਿੱਚ ਫਰੂਟਸ ਖਾਣੇ ਪੈਂਦੇ ਆ, ਕੱਚੀ ਸਬਜ਼ੀਆਂ ਖਾਣੀਆਂ ਪੈਂਦੀਆਂ ਨੇ। ਇਸ ਤਰ੍ਹਾਂ ਰੋਟੀ ਸਬਜ਼ੀ ਵੀ 1 ਜਾਂ 2 ਵਾਰ ਖਾ ਸਕਦੇ ਹੈਗੇ ਆ, ਡਿਪੈਂਡਿੰਗ ਔਨ ਕਿ ਕਿੰਨੀ ਉਹਨਾਂ ਦੀ ਕੰਡੀਸ਼ਨ ਵਧੀਆ ਹੈਗੀ ਆ ਖਰਾਬ ਹੈਗੀ। ਜੇ ਬਹੁਤ ਪੁਰਾਣਾ ਥਾਇਰਾਇਡ ਹੈਗਾ ਤੇ ਉਹਦੇ ਵਿੱਚ ਰੋਟੀ ਸਬਜ਼ੀ ਫਿਰ ਦਿਨ ਵਿੱਚ 1 ਵਾਰ ਕੀਤੀ ਜਾਂਦੀ ਹੈ, ਜੇ ਨਾਰਮਲ ਹੀ ਹੈਗਾ ਥੋੜਾ ਜਿਹਾ ਹੀ ਹੈਗਾ ਤੇ ਫਿਰ 2 ਟਾਈਮ ਰੋਟੀ ਸਬਜ਼ੀ ਖਾ ਸਕਦੇ ਹੈਗੇ, 1 ਟਾਈਮ ਫਰੂਟ ਹੋ ਜਾਂਦਾ ਹੈਗਾ। ਤੇ ਇਸ ਤਰ੍ਹਾਂ ਡਾਈਟ ਬਣਦੀ ਹੈਗੀ ਹੈ। ਤੋ ਅੱਜ ਇੱਕ ਮੈਂ ਤੁਹਾਨੂੰ ਡਾਈਟ ਪਲਾਨ ਬੇਸਿਕਲੀ ਜਿਹੜਾ ਜਨਰਲ ਡਾਈਟ ਪਲਾਨ ਹੈਗਾ ਉਹ ਮੈਂ ਦੱਸ ਸਕਦਾ ਹੈਗਾ, ਜਿਹੜਾ ਹਰ ਕੋਈ ਫੋਲੋ ਕਰ ਸਕਦਾ ਹੈਗਾ। ਬਟ ਇਸ ਦੀ ਕੰਡੀਸ਼ਨ ਇਹ ਹੈਗੀ ਕਿ ਉਹਨਾਂ ਦੀ ਏਜ ਜਿਹੜੀ ਹੈਗੀ ਉਹ 45 ਤੋਂ ਘੱਟ ਹੋਣੀ ਚਾਹੀਦੀ ਹੈਗੀ ਹੈ, ਸਿਰਫ ਥਾਇਰਾਇਡ ਦੀ ਪ੍ਰੋਬਲਮ ਹੋਣੀ ਚਾਹੀਦੀ ਹੈ, 5 ਸਾਲ ਤੋਂ ਘੱਟ ਥਾਇਰਾਇਡ ਦੀ ਪ੍ਰੋਬਲਮ ਹੋਵੇ। ਜੇ ਬਹੁਤ ਪੁਰਾਣੀ ਹੈਗੀ ਹੈ ਜਾਂ ਬਹੁਤ ਸਾਰੀ ਨਾਲ ਹੋਰ ਬਿਮਾਰੀਆਂ ਹੈਗੀਆਂ ਜਾਂ ਹੋਰ ਦਵਾਈਆਂ ਚੱਲਦੀਆਂ ਨੇ, ਉਮਰ ਜ਼ਿਆਦਾ ਹੈਗੀ, ਫਿਰ ਤੁਸੀਂ ਜ਼ਰੂਰ ਪਰਸਨਲ ਕੰਸਲਟੇਸ਼ਨ ਲੈ ਕੇ ਹੀ ਡਾਈਟ ਫੋਲੋ ਕਰੋ ਤਾਂ ਫਾਇਦਾ ਮਿਲੂਗਾ। ਨਹੀਂ ਤਾਂ ਅਦਰਵਾਈਜ਼ ਜਿਹੜਾ ਓਵਰਆਲ ਜਿਹੜਾ ਜਨਰਲ ਡਾਈਟ ਪਲਾਨ ਹੈ ਇਹ ਤੁਸੀਂ ਫੋਲੋ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ ਪੈਰਾਮੀਟਰਸ ਵਿੱਚ ਆਉਂਦੇ ਹੋ, ਯਾਨੀ 5 ਸਾਲ ਤੋਂ ਪੁਰਾਣੀ ਨਹੀਂ ਹੈਗੀ ਥਾਇਰਾਇਡ ਤੇ ਸਿਰਫ ਥਾਇਰਾਇਡ ਹੈ ਤੇ 45 ਤੋਂ ਉਮਰ ਤੁਹਾਡੀ ਘੱਟ ਹੈਗੀ। ਡਾਈਟ ਪਲਾਨ ਇਸ ਤਰ੍ਹਾਂ ਹੈਗਾ ਕਿ ਸਵੇਰੇ ਉੱਠ ਕੇ ਪਹਿਲੀ ਚੀਜ਼ ਜਿਹੜੀ ਲੈਣੀ ਹੈਗੀ ਹੈ ਦੈਟ ਇਜ਼ ਅ ਗ੍ਰੀਨ ਜੂਸ, ਡੀਟੌਕਸ ਜੂਸ ਲੈਣਾ ਹੈਗਾ। ਇਸ ਜੂਸ ਵਿੱਚ ਕੀ ਹੋਏਗਾ, ਖੀਰਾ, ਟਮਾਟਰ, ਪਾਲਕ ਤੇ ਨਿੰਬੂ, ਤੇ ਇਸ ਤੋਂ ਇਲਾਵਾ ਥੋੜਾ ਜਿਹਾ ਐਪਲ ਪਾਇਆ ਜਾ ਸਕਦਾ ਹੈ ਟੇਸਟ ਵਾਸਤੇ। तो इस तरह ਇਹ ਜੂਸ ਬਣਾ ਲੈਣਾ ਹੈਗਾ ਤੇ ਧਨੀਆ ਦੇ ਪੱਤੇ ਜ਼ਰੂਰ ਐਡ ਕਰਨੇ ਹੈ ਇਹਦੇ ਵਿੱਚ, ਕਿਉਂਕਿ ਧਨੀਆ ਦੇ ਪੱਤੇ ਵਧੀਆ ਹੁੰਦੇ ਥਾਇਰਾਇਡ ਵਾਸਤੇ, ਜਲਦੀ ਠੀਕ ਕਰਦੇ ਹੈਗੇ। तो इस तरह एक जूस बना के सवेरे सवेरे पी लेना हैगा। फिर घंटे 1.5 घंटे बाद 9 बजे के आसपास जब भुख लगे 9:30 बजे के आसपास ਤੇ ਫਿਰ ਫਰੂਟਸ ਖਾਣੇ ਹੈ। ਫਰੂਟਸ ਕਿੰਨੇ ਖਾਣੇ ਹੈਗੇ ਆ, ਐਟਲੀਸਟ 700 ਤੋਂ 800 ਗ੍ਰਾਮ ਜ਼ਰੂਰ ਖਾਣੇ ਹੈਗੇ ਆ ਤੇ 3-4 ਤਰ੍ਹਾਂ ਦੇ ਖਾਣੇ ਹੈਗੇ। ਇੱਕ ਹੀ ਫਲ ਨਹੀਂ ਖਾਣਾ, 3-4 ਤਰ੍ਹਾਂ ਦੇ, ਜੋ ਵੀ ਫਲ ਪਸੰਦ ਨੇ, ਸੀਜ਼ਨਲ ਫਲ ਨੇ, ਸਸਤੇ ਮਿਲਦੇ ਨੇ, ਤੁਹਾਨੂੰ ਲਾਈਕ ਕਰਦੇ ਹੋ ਉਹ ਫਲ ਲਓ, 700-800 ਗ੍ਰਾਮ ਜ਼ਰੂਰ ਖਾਓ। ਇਹ ਸਾਡਾ ਬ੍ਰੇਕਫਾਸਟ ਹੋ ਜਾਂਦਾ ਹੈ। तो 12 ਵਜੇ ਤੱਕ ਅਸੀਂ ਸਿਰਫ ਫਰੂਟਸ ਤੇ ਹੀ ਰਹਿਣਾ ਹੈਗਾ। ਸੋ ਮੰਨ ਲਓ ਜੇ ਤੁਸੀਂ 9 ਵਜੇ ਫਰੂਟਸ ਖਾਦੇ, ਅੱਧਾ ਕਿਲੋ ਖਾ ਲਿਆ, ਫਿਰ 11 ਵਜੇ ਭੁੱਖ ਲੱਗੀ ਤਾਂ ਫਿਰ ਤੁਸੀਂ 250 ਗ੍ਰਾਮ, 300 ਗ੍ਰਾਮ, 400 ਗ੍ਰਾਮ ਫਰੂਟਸ ਖਾ ਸਕਦੇ ਹੋ, ਜਿੰਨਾ ਮਰਜ਼ੀ ਖਾ ਸਕਦੇ ਹੋ। ਅਪਰ ਲਿਮਿਟ ਕੋਈ ਨਹੀਂ ਹੈਗੀ, ਬਟ ਮਿਨੀਮਮ 700-800 ਗ੍ਰਾਮ ਜ਼ਰੂਰ ਖਾਣੇ ਹੈਗੇ। ਜੀ ਜੀ ਹਾਂ, ਇਸ ਤੋਂ ਬਾਅਦ ਲੰਚ ਜਿਹੜਾ ਹੈਗਾ, ਲੰਚ ਵਿੱਚ ਕੀ ਕਰਨਾ ਹੈ, 2 ਪਲੇਟਾਂ ਲੈਣੀਆਂ ਨੇ, ਇੱਕ ਪਲੇਟ 1, ਇੱਕ ਪਲੇਟ 2। ਪਲੇਟ 1 ਵਿੱਚ ਕੀ ਹੋਏਗਾ, 3-4 ਤਰ੍ਹਾਂ ਦੀ ਕੱਚੀ ਸਬਜ਼ੀਆਂ, ਖੀਰਾ, ਟਮਾਟਰ, ਗਾਜਰ, ਮੂਲੀ, ਬੰਦ ਗੋਭੀ, ਮਟਰ, ਜੋ ਵੀ ਤੁਹਾਨੂੰ ਸਲਾਦ ਵਧੀਆ ਲੱਗਦਾ ਹੈਗਾ ਉਹ ਸਲਾਦ ਬਣਾਓ। ਘੱਟੋ ਘੱਟ 300-350 ਗ੍ਰਾਮ ਦਾ ਇਹ ਸਲਾਦ ਬਣਾ ਲੈਣਾ ਹੈਗਾ। तो 300-350 ਗ੍ਰਾਮ ਸਲਾਦ ਖਾਣ ਤੋਂ ਬਾਅਦ ਪਲੇਟ 2 ਵਿੱਚ ਰੋਟੀ, ਸਬਜ਼ੀ, ਦਾਲ, ਚਾਵਲ, ਜੋ ਵੀ ਤੁਸੀਂ ਨਾਰਮਲ ਖਾਂਦੇ ਹੋ ਉਹ ਖਾ ਸਕਦੇ ਹੋ। ਸੋ ਪਹਿਲਾਂ ਪਲੇਟ 1 ਖਾਣੀ ਹੈ ਸਲਾਦ, ਫਿਰ ਪਲੇਟ 2 ਖਾਣੀ ਹੈ ਰੋਟੀ, ਸਬਜ਼ੀ, ਦਾਲ, ਚਾਵਲ, ਜੋ ਵੀ ਤੁਸੀਂ ਖਾਂਦੇ। ਇसी तरह डिनर करना है, सेम तरीके ਦੇ ਨਾਲ ਜਿਵੇਂ ਲੰਚ ਕੀਤਾ ਹੈ ਉਦਾਂ ਹੀ ਡਿਨਰ।
ਤੇ ਸਨੈਕਸ ਜਿਹੜਾ ਸ਼ਾਮ ਨੂੰ 4-5 ਵਜੇ ਅਗਰ ਕਿਸੇ ਦਾ ਮਨ ਕਰਦਾ ਲੈਣ ਦਾ, ਉਹਦੇ ਵਿੱਚ ਨਾਰੀਅਲ ਪਾਣੀ ਪੀ ਸਕਦੇ ਹੋ ਫਰੈਸ਼, ਜਾਂ ਕੋਈ ਹਰਬਲ ਟੀ ਬਣਾ ਕੇ ਪੀ ਸਕਦੇ ਹੋ, ਜਾਂ ਫਿਰ ਨਾਰੀਅਲ ਖਾ ਸਕਦੇ ਹੋ, ਸਪਰਾਊਟਸ ਹੋ ਗਏ, ਡਰਾਈ ਫਰੂਟਸ ਹੋ ਗਏ, ਇਸ ਤਰ੍ਹਾਂ ਚੀਜ਼ਾਂ ਲੈ ਸਕਦੇ ਹੋ ਤੇ ਆਪਣਾ ਥੋੜਾ ਜਿਹਾ ਢਿੱਡ ਭਰ ਕੇ ਫਿਰ ਰਾਤ ਨੂੰ ਸੇਮ ਤਰੀਕੇ ਨਾਲ ਜਿਵੇਂ ਲੰਚ ਵਿੱਚ ਪਹਿਲਾਂ ਸਲਾਦ ਖਾਦਾ ਸੀ, ਰੋਟੀ ਸਬਜ਼ੀ ਖਾਦੀ, ਫਿਰ ਉਸ ਤੋਂ ਬਾਅਦ ਇਸੇ ਤਰ੍ਹਾਂ ਆਪਣਾ ਡਿਨਰ ਕਰ ਸਕਦੇ ਹੋ। ਸੋ ਇਸ ਤਰ੍ਹਾਂ ਅਗਰ ਫੋਲੋ ਕਰੇਗਾ ਕੋਈ ਵੀ ਲਗਭਗ 3 ਮਹੀਨੇ ਤੱਕ, ਤੇ ਅਗਰ ਉਹਦਾ 5 ਸਾਲ ਪੁਰਾਣਾ ਥਾਇਰਾਇਡ ਹੈਗਾ ਤੇ ਸਿਰਫ ਥਾਇਰਾਇਡ ਹੈ, ਤੇ ਮੋਸਟ ਪ੍ਰੋਬਬਲੀ ਇਟ ਵਿਲ ਗੈਟ ਕਿਉਰਡ ਇਨ 3 ਮੰਥਸ। ਕੀ ਬਾਤ ਹੈ, ਕੀ ਬਾਤ ਹੈ। ਸੋ ਬੜਾ ਵਧੀਆ ਤਰੀਕਾ ਹੈਗਾ ਜੀ, ਨੋਟ ਕਰਿਓ ਦਰਸ਼ਕੋ ਜੋ ਵੀ ਕਮਲਪ੍ਰੀਤ ਹੋਰੀ ਦੱਸ ਰਹੇ ਨੇ। ਸੋ ਇਹ ਪਲਾਨ ਤੁਸੀਂ ਕਰ ਸਕਦੇ ਹੋ ਜੇਕਰ 5 ਸਾਲ ਤੋਂ ਘੱਟ ਤੁਹਾਨੂੰ ਹੋਇਆ ਹੋਵੇ। ਜੇਕਰ ਉਸ ਤੋਂ ਜ਼ਿਆਦਾ ਹੋ ਗਿਆ ਜਾਂ ਫਿਰ ਉਮਰ 45 ਤੋਂ ਵੱਧ ਹੈ ਤਾਂ ਤੁਸੀਂ ਫਿਰ ਸਲਾਹ ਲੈਣੀ ਹੈ, ਮਤਲਬ ਕਿ ਸਲਾਹ ਲੈ ਕੇ ਐਕਸਪਰਟਸ ਕੋਲੋਂ, ਤੇ ਫਿਰ ਤੁਸੀਂ ਇਹ ਗੱਲਬਾਤ ਜਿਹੜੀ ਹੈ ਆਪਣੀ ਡਾਈਟ ਜਿਹੜੀ ਉਹ ਅੱਗੇ ਵਧਾ ਸਕਦੇ ਹੋ। ਸੋ ਹੁਣ ਅਗਲੀ ਗੱਲ ਜਿਹੜੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ, ਪਰਹੇਜ਼ ਕਿਹੋ ਜਿਹੇ ਰੱਖਣੇ ਪੈਣਗੇ ਇਸ ਟਾਈਮ ਪੀਰੀਅਡ ਦੇ ਦੌਰਾਨ, ਮਤਲਬ ਉਸ ਪੀਰੀਅਡ ਦੇ ਵਿੱਚ ਵੀ ਆਪਾਂ ਕਹਿੰਦੇ ਲਾਈਫ ਟਾਈਮ ਕਿਹੋ ਜਿਹੇ ਪਰਹੇਜ਼ ਰੱਖਣੇ ਚਾਹੀਦੇ ਆ? ਹਾਂਜੀ, ਉਸ ਡਾਈਟ ਦੇ ਨਾਲ ਨਾਲ ਕੁਝ ਪਰਹੇਜ਼ ਰੱਖਣੇ ਬਹੁਤ ਜ਼ਰੂਰੀ ਨੇ, ਜਿਵੇਂ ਕਿ ਇੱਕ ਤਾਂ ਰਿਫਾਈਨਡ ਪ੍ਰੋਸੈਸਡ ਔਰ ਪ੍ਰੋਸੈਸਡ ਫੂਡਾਂ ਬਿਲਕੁਲ ਨਹੀਂ ਖਾਣੀਆਂ, ਜਿਵੇਂ ਕਿ ਬਾਹਰੋਂ ਆਪਾਂ ਪੀਜ਼ਾ, 버ਗਰ, ਪੈਟੀਜ਼, ਚੌਮੀਨ, ਨੂਡਲਸ, ਇਹ ਸਾਰੀ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਹੈਗੀਆਂ। ਡਿੱਬੇ ਬੰਦ ਕੋਈ ਚੀਜ਼ ਨਹੀਂ ਲੈਣੀ। ਦੂਜੀ ਜਿਹੜੀ ਹੈ ਛੱਡਣੀ ਹੈ ਉਹ ਐਨੀਮਲ ਫੂਡ, ਕੋਈ ਵੀ ਡੇਰੀ ਪ੍ਰੋਡਕਟ, ਨਾਨ ਵੈਜੀਟੇਰੀਅਨ, ਮੱਛਲੀ, ਅੰਡੇ, ਇਹ ਸਾਰੀ ਚੀਜ਼ਾਂ ਬਿਲਕੁਲ ਨਹੀਂ ਲੈਣੀਆਂ ਹਨ। ਈਵਨ ਦੁੱਧ ਦੀਆਂ ਚੀਜ਼ਾਂ ਵੀ 3 ਮਹੀਨੇ ਤੱਕ ਆਪਾਂ ਅਵੋਇਡ ਕਰੀਏ ਤਾਂ ਜਲਦੀ ਠੀਕ ਹੋ ਜਾਵਾਂਗੇ, ਜਿਵੇਂ ਕਿ ਦੁੱਧ, ਦਹੀਂ, ਪਨੀਰ, ਮੱਖਣ, ਇਹ ਸਭ ਚੀਜ਼ਾਂ ਵੀ 3 ਮਹੀਨੇ ਛੱਡਣੀ ਪੈਣਗੀਆਂ। ਇਸ ਤੋਂ ਇਲਾਵਾ ਵਾਕ ਕਰਨੀ ਬਹੁਤ ਜ਼ਰੂਰੀ ਹੈ। ਡਿਨਰ ਤੋਂ ਬਾਅਦ 15-20 ਮਿੰਟ ਵਾਕ ਜ਼ਰੂਰ ਕਰਨੀ ਹੈਗੀ ਹੈ, ਤੇ ਅੱਧਾ ਘੰਟਾ ਸੂਰਜ ਦੀ ਰੋਸ਼ਨੀ ਵਿੱਚ ਜ਼ਰੂਰ ਬਹਿਣਾ ਹੈਗਾ। ਠੀਕ ਹੈ। ਤੇ ਅਗਲੀ ਗੱਲ, ਐਕਸਰਸਾਈਜ਼ ਵਗੈਰਾ ਵੀ ਇਹਦੇ ਵਿੱਚ ਕੋਈ ਹੈ ਜਾਂ ਕੋਈ ਹੋਰ ਥੈਰੇਪੀ ਜਿਹੜੀ ਹੈ ਇਸ ਪੀਰੀਅਡ ਦੌਰਾਨ ਤੁਸੀਂ ਕਰਨੀ ਹੈ, ਜਾਂ ਜ਼ਰੂਰੀ ਹੈ, ਜਾਂ ਮਸਟ ਵੀ ਹੈ, ਜਾਂ ਨਹੀਂ ਵੀ ਕਰ ਸਕਦੇ? ਹਾਂਜੀ, ਐਕਸਰਸਾਈਜ਼ ਵਿਦ ਬੇਸਿਕ ਸਟ੍ਰੈਚਿੰਗ, ਥੋੜੀ ਯੋਗਾ, ਅਨੁਲੋਮ ਵਿਲੋਮ, ਪ੍ਰਾਣਾਯਾਮ, ਇਹ ਸਾਰੀ ਚੀਜ਼ਾਂ ਲਾਈਟ ਐਕਸਰਸਾਈਜ਼ ਸਾਰਿਆਂ ਨੂੰ ਕਰਨੀ ਚਾਹੀਦੀਆਂ ਨੇ। ਜੇ ਤੁਸੀਂ ਯੰਗਸਟਰ ਹੋ, ਕੋਈ ਬਹੁਤ ਯੰਗ ਹੋ, ਐਥਲੈਟਿਕ ਹੋ, ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ। ਫਿਰ ਜੋਗਿੰਗ ਕਰਨੀ ਵੀ ਅੱਛੀ ਰਹਿੰਦੀ ਹੈ, ਹੋਰ ਪੁਸ਼ਅਪਸ ਵਗੈਰਾ, ਇਹ ਸਾਰੀ ਚੀਜ਼ਾਂ ਵੀ ਤੁਹਾਨੂੰ ਹੈਲਪ ਕਰਦੀਆਂ ਨੇ। ਤੇ ਥਾਇਰਾਇਡ ਵਾਸਤੇ ਜਿਹੜੀ ਸਪੈਸੀਫਿਕ ਥੈਰੇਪੀ ਹੁੰਦੀ ਹੈ ਹੌਟ ਐਂਡ ਕੋਲਡ ਥੈਰੇਪੀ ਹੁੰਦੀ ਹੈ। ਉਹ ਥਾਇਰਾਇਡ ਗਲੈਂਡ ਦੇ ਉੱਤੇ ਤੁਸੀਂ ਗਰਮ ਤੇ ਠੰਡੀ ਪੱਟੀਆਂ ਲਾ ਕੇ ਉਹਨੂੰ ਕਰ ਸਕਦੇ ਹੋ। ਜਿਵੇਂ ਇੱਕ ਹੀਟ ਪੈਡ ਲਿਆ, ਹੀਟ ਪੈਡ ਲੈ ਕੇ 1 ਮਿੰਟ ਵਾਸਤੇ ਆਪਣਾ ਥਾਇਰਾਇਡ ਗਲੈਂਡ ਪੂਰਾ ਗਰਮ ਕਰ ਦਿੱਤਾ, ਫਿਰ ਇੱਕ ਕੋਲਡ ਪੈਕ ਲਿਆ, ਉਸ ਕੋਲਡ ਪੈਕ ਨਾਲ 1 ਮਿੰਟ ਠੰਡਾ ਕਰ ਦਿੱਤਾ। ਤੋ ਇਸ ਤਰ੍ਹਾਂ ਆਲਟਰਨੇਟ ਕਰਦੇ ਕਰਦੇ 5 ਰਾਉਂਡ ਕੀਤੇ, 10 ਮਿੰਟ ਵਿੱਚ ਤੁਸੀਂ ਗਰਮ ਠੰਡਾ 1-1 ਮਿੰਟ ਕਰਦੇ ਰਹੇ। ਇਹਦੇ ਨਾਲ ਕੀ ਹੋਏਗਾ ਕਿ ਉਸ ਬੋਡੀ ਦੇ ਏਰੀਆ ਤੇ ਬਲੱਡ ਦੀ ਸਰਕੂਲੇਸ਼ਨ ਵੱਧ ਜਾਏਗੀ, ਬੋਡੀ ਨੂੰ ਸਿਗਨਲ ਮਿਲੇਗਾ ਕਿ ਹਾਂ ਇਸ ਏਰੀਆ ਵਿੱਚ ਕੋਈ ਪ੍ਰੋਬਲਮ ਹੈ, ਇੱਥੇ ਰਿਪੇਅਰ ਕਰਨਾ ਹੈਗਾ। तो ब्लड का फ्लो उत्थे ਵਧੇਗਾ, ਉੱਥੇ ਬੋਡੀ ਦੀ ਰਿਪੇਅਰ, ਇਮਿਊਨਿਟੀ ਜਾਏਗੀ ਤੇ ਉਸ ਨੂੰ ਧੀਰੇ ਧੀਰੇ ਠੀਕ ਕਰ ਦੇਗੀ। ਸੋ ਜਿਵੇਂ ਮੈਂ ਆਪਣੇ ਆਸਟ੍ਰੇਲੀਆ ਦੇ ਪੇਸ਼ੈਂਟ ਦੀ ਗੱਲ ਕਰਦਾ ਸੀਗਾ, 3 ਮਹੀਨੇ ਉਹਨਾਂ ਨੇ ਡਾਈਟ ਫੋਲੋ ਕੀਤੀ, ਪਰ ਥਾਇਰਾਇਡ ਵਿੱਚ ਫਰਕ ਪਿਆ, ਪਰ ਇੰਨਾ ਨਹੀਂ ਫਰਕ ਪਿਆ ਜਿੰਨਾ ਮੈਂ ਐਕਸਪੈਕਟ ਕਰ ਰਿਹਾ ਸੀ। ਫਿਰ ਮੈਂ ਉਹਨਾਂ ਨੂੰ ਕਿਹਾ ਹੁਣ ਤੁਸੀਂ ਹੌਟ ਐਂਡ ਕੋਲਡ ਥੈਰੇਪੀ ਵੀ ਕਰੋ। ਜਦ ਉਹਨਾਂ ਨੇ ਉਹ ਸ਼ੁਰੂ ਕੀਤੀ ਤੇ ਨਾਲ ਦੇ ਨਾਲ ਹੀ ਉਹਨਾਂ ਦਾ ਜਿਹੜੀ ਸਵੈਲਿੰਗ ਸੀ ਉਹ ਖਤਮ ਹੋ ਗਈ ਤੇ ਉਹ ਬਿਲਕੁਲ ਨਾਰਮਲ ਥਾਇਰਾਇਡ ਆ ਗਿਆ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਵਧੀਆ ਜੀ। ਸੋ ਨਾਲੋਂ ਨਾਲ ਇਹ ਸਵਾਲ ਜਿਹੜਾ ਸਾਡੇ ਦਰਸ਼ਕਾਂ ਦਾ ਹੋਰ ਵੀ ਹੋਏਗਾ ਕਿ ਕਈ ਦਵਾਈਆਂ ਲੱਗੀਆਂ ਹੁੰਦੀਆਂ, ਮਤਲਬ ਕਿ ਥਾਇਰਾਇਡ ਵਾਸਤੇ ਕਈ ਦਵਾਈਆਂ ਖਾ ਰਹੇ ਹੁੰਦੇ ਆ ਵੱਖ-ਵੱਖ ਤਰ੍ਹਾਂ ਦੀਆਂ। ਸੋ ਜਦੋਂ ਇਹ ਡਾਈਟ ਉਹ ਫੋਲੋ ਕਰਨਗੇ, ਸੋ ਉਹਦੇ ਨਾਲ ਉਹ ਦਵਾਈਆਂ ਵੀ ਖਾ ਸਕਦੇ ਨੇ ਜਾਂ ਫਿਰ ਛੱਡ ਦੇਣੀਆਂ ਚਾਹੀਦੀਆਂ ਉਹਨਾਂ ਨੂੰ? ਹਾਂਜੀ, ਜਿਹੜੀ ਦਵਾਈ ਚੱਲ ਰਹੀ ਹੈਗੀ, ਚਾਹੇ 75 mg ਦੀ ਹੋਏ ਚਾਹੇ 100 mg ਦੀ ਹੋਈ, ਉਹ ਦਵਾਈ ਕੰਟੀਨਿਊ ਰੱਖਣੀ ਹੈਗੀ, ਲੇਕਿਨ ਆਪਣੇ ਥਾਇਰਾਇਡ ਨੂੰ ਮੋਨੀਟਰ ਕਰਦੇ ਰਹਿਣਾ ਹੈਗਾ। ਮੋਨੀਟਰ ਕਿਵੇਂ ਕਰਨਾ ਹੈ? ਮੰਨ ਲਓ ਤੁਸੀਂ ਅੱਜ ਡਾਈਟ ਸ਼ੁਰੂ ਕਰ ਦਿੱਤੀ, ਤਾਂ ਅੱਜ ਤੋਂ 1 ਮਹੀਨੇ ਬਾਅਦ ਤੁਸੀਂ ਆਪਣਾ ਥਾਇਰਾਇਡ ਦਾ ਟੈਸਟ ਕਰਵਾਉਣਾ ਹੈਗਾ ਤੇ ਟੈਸਟ ਵਿੱਚ ਦੇਖਣਾ ਹੈ ਕਿ ਵੀ ਕਿੰਨਾ ਡਿਫਰੈਂਸ ਆਇਆ। ਉਸ ਡਿਫਰੈਂਸ ਦੇ ਬੇਸਿਸ ਤੇ ਆਪਣੇ ਡਾਕਟਰ ਦੀ ਸਲਾਹ ਲੈ ਕੇ ਜਾਂ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ ਤੁਸੀਂ ਆਪਣੀ ਦਵਾਈ ਨੂੰ ਐਡਜਸਟ ਕਰਨਾ ਹੈਗਾ ਕਿ ਹੁਣ ਮੈਨੂੰ ਕਿੰਨੀ ਲੈਣ ਦੀ ਲੋੜ ਹੈ। ਜਿਵੇਂ ਫੋਰ ਐਗਜ਼ਾਮਪਲ ਅਗਰ ਤੁਹਾਡਾ ਥਾਇਰਾਇਡ ਪਹਿਲਾਂ 15 ਤੇ ਸੀਗਾ, ਡਾਈਟ ਤੁਸੀਂ 1 ਮਹੀਨਾ ਫੋਲੋ ਕੀਤੀ ਤੇ 15 ਤੋਂ 11 ਤੇ ਆ ਗਿਆ, ਇਹਦਾ ਮਤਲਬ ਹੈ ਕਿ ਅਜੇ ਵੀ ਰੇਂਜ ਤੋਂ ਬਾਹਰ ਹੈਗਾ। ਤਾਂ ਦਵਾਈ ਤੁਸੀਂ ਕੰਟੀਨਿਊ ਰੱਖਣੀ ਹੈਗੀ, ਡਾਈਟ ਵੀ ਕੰਟੀਨਿਊ ਰੱਖਣੀ ਹੈਗੀ। ਫਿਰ 1 ਮਹੀਨੇ ਬਾਅਦ ਟੈਸਟ ਕਰਾਓ, ਫਿਰ ਮੰਨ ਲਓ 11 ਤੋਂ 8 ਤੇ ਆ ਗਿਆ, ਫਿਰ ਤੁਹਾਨੂੰ ਪਤਾ ਲੱਗਿਆ ਕਿ ਅਜੇ ਵੀ ਰੇਂਜ ਤੋਂ ਬਾਹਰ ਹੈ, ਫਿਰ ਤੁਸੀਂ ਦਵਾਈ ਕੰਟੀਨਿਊ ਰੱਖਣੀ ਹੈਗੀ, 1 ਮਹੀਨਾ ਫਿਰ ਫੋਲੋ ਕਰਨਾ, ਫਿਰ ਟੈਸਟ ਕਰਾਉਣਾ ਹੈਗਾ। ਫਿਰ 8 ਤੋਂ ਮੰਨ ਲਓ 5 ਤੇ ਆ ਗਿਆ, ਹੁਣ ਤੁਹਾਨੂੰ ਸਮਝ ਆ ਗਿਆ ਕਿ ਇਹ ਰੇਂਜ ਵਿੱਚ ਆਉਣਾ ਸ਼ੁਰੂ ਹੋ ਗਿਆ ਹੈਗਾ। ਹੁਣ ਤੁਹਾਨੂੰ ਆਪਣੀ ਦਵਾਈ ਨੂੰ ਐਡਜਸਟ ਕਰਨ ਦੀ ਲੋੜ ਹੈਗੀ। ਸੋ ਐਡਜਸਟ ਕਰੋ, ਉਹਦੇ ਵਾਸਤੇ ਆਪਣੀ ਬੁੱਧੀ ਦਾ ਪ੍ਰਯੋਗ ਕਰੋ ਜਾਂ ਡਾਕਟਰ ਦੀ ਸਲਾਹ ਲਓ। ਤੇ ਉਹ ਜਿਵੇਂ ਤੁਸੀਂ ਦਵਾਈ ਘਟਾਓਗੇ, ਫਿਰ 1 ਮਹੀਨੇ ਬਾਅਦ ਟੈਸਟ ਕਰਾਓਗੇ ਤੇ ਫਿਰ ਵੀ ਅਗਰ ਰੇਂਜ ਵਿੱਚ ਰਿਹਾ, ਇਹਦਾ ਮਤਲਬ ਹੈ ਕਿ ਅੱਜ ਤੁਹਾਡੀ ਡਾਈਟ ਜਿਹੜੀ ਹੈਗੀ ਇਸਨੇ ਦਵਾਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਤੇ ਫਿਰ ਦਵਾਈ ਨੂੰ ਘਟਾਉਣ ਦੀ ਲੋੜ ਹੈ। ਇਸ ਤਰ੍ਹਾਂ ਕਰਦੇ ਕਰਦੇ ਤੁਸੀਂ ਆਪਣੀ ਦਵਾਈ ਨੂੰ ਟੇਪਰ ਡਾਊਨ ਕਰਨਾ ਧੀਰੇ ਧੀਰੇ ਤੇ ਨਾਲ ਡਾਈਟ ਕੰਟੀਨਿਊ ਰੱਖਣੀ ਹੈਗੀ ਹੈ। ਇਹਦੇ ਵਿੱਚ ਅਸੀਂ ਦੇਖਿਆ ਹੈ ਕਿ ਯੂਜ਼ਲੀ 3 to 4 ਮੰਥ ਵਿੱਚ ਇਹ ਠੀਕ ਹੋ ਜਾਂਦਾ ਹੈਗਾ। ਤੇ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹੁੰਦਾ ਸੀਗਾ ਕਿ ਦਵਾਈ ਨੂੰ 1-1.5 ਮਹੀਨੇ ਬਾਅਦ ਐਡਜਸਟ ਕਰਨਾ ਹੀ ਪਏਗਾ। ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਪੂਰੀ ਲਾਈਫ ਦਵਾਈ ਵੀ ਲੈਂਦੇ ਰਹੋ ਤੇ ਡਾਈਟ ਵੀ ਲੈਂਦੇ ਰਹੋ, ਇਸ ਤਰ੍ਹਾਂ ਨਹੀਂ ਕਰਨਾ, ਕਿਉਂਕਿ ਇਹਦੇ ਨਾਲ ਤੁਹਾਡੀ ਬਿਮਾਰੀ ਹੋਰ ਵੱਧ ਜਾਏਗੀ। ਕਿਉਂਕਿ ਤੁਹਾਨੂੰ ਅਗਰ ਮੰਨ ਲਓ ਹਾਈਪਰਥਾਇਰਾਇਡ ਸੀਗਾ, ਯਾਨੀ ਤੁਹਾਡਾ ਥਾਇਰਾਇਡ ਘੱਟ ਬਣ ਰਿਹਾ ਸੀਗਾ,
ਤਾਂ ਤੁਸੀਂ ਦਵਾਈ ਲੈ ਕੇ ਆਪਣਾ ਥਾਇਰਾਇਡ ਨੂੰ ਵਧਾ ਲਿਆ। ਹੁਣ ਡਾਈਟ ਨੇ ਵੀ ਥਾਇਰਾਇਡ ਨੂੰ ਵਧਾਉਣਾ ਹੈਗਾ, ਤੇ ਡਾਈਟ ਨਾਲ ਵੀ ਥਾਇਰਾਇਡ ਵਧ ਰਿਹਾ ਹੈ, ਦਵਾਈ ਨਾਲ ਵੀ ਵਧ ਰਿਹਾ ਹੈ, ਤਾਂ ਜਿਹੜਾ ਘੱਟ ਬਣ ਰਿਹਾ ਸੀ ਉਹ ਓਵਰ ਬਣਨਾ ਸ਼ੁਰੂ ਹੋ ਜਾਏਗਾ, ਐਕਸਟਰਾ ਹੋ ਜਾਏਗਾ, ਜਿਹਦੀ ਲੋੜ ਨਹੀਂ ਸੀ ਬੋਡੀ ਨੂੰ। ਜੀ। ਸੋ ਉਹ ਵੀ ਇੱਕ ਬਿਮਾਰੀ ਬਣ ਜਾਂਦੀ ਹੈ। ਹਾਈਪੋਥਾਇਰਾਇਡ ਵਿਲ ਬਿਕਮ ਹਾਈਪਰਥਾਇਰਾਇਡ, ਤੇ ਜੇ ਤੁਹਾਨੂੰ ਹਾਈਪਰਥਾਇਰਾਇਡ ਸੀਗਾ, ਥਾਇਰਾਇਡ ਜ਼ਿਆਦਾ ਬਣ ਰਿਹਾ ਸੀਗਾ, ਤੇ ਦਵਾਈ ਨਾਲ ਤੁਸੀਂ ਥਾਇਰਾਇਡ ਨੂੰ ਘਟਾ ਰਹੇ ਸੀ, ਤੇ ਡਾਈਟ ਨਾਲ ਵੀ ਘਟ ਰਿਹਾ ਸੀਗਾ। ਹੁਣ ਦੋਨੋਂ ਨੇ ਘਟਾਉਣਾ ਸ਼ੁਰੂ ਕਰ ਦਿੱਤਾ, ਤੇ ਫਿਰ ਉਹ ਜ਼ਿਆਦਾ ਬਣ ਰਿਹਾ ਸੀ, ਉਹ ਘੱਟ ਬਣਨਾ ਸ਼ੁਰੂ ਹੋ ਜਾਏਗਾ। तो इस करके 1-1.5 महीने बाद ਤੁਹਾਨੂੰ ਆਪਣੀ ਦਵਾਈ ਨੂੰ ਐਡਜਸਟ ਕਰਨਾ ਹੀ ਪਏਗਾ ਡਾਈਟ ਦੇ ਨਾਲ ਦੇ ਨਾਲ। ਕੀ ਬਾਤ ਹੈ, ਠੀਕ ਹੈ, ਠੀਕ ਹੈ। ਸੋ ਬਿਲਕੁਲ ਜਦੋਂ ਵੀ ਤੁਸੀਂ ਇਹ ਡਾਈਟ ਪਲਾਨ ਯੂਜ਼ ਕਰਨਾ ਹੈ, ਸੋ ਪਹਿਲਾਂ ਸਾਰਾ ਜੋ ਪਲਾਨ ਹੈਗਾ ਬਣਾ ਕੇ, ਸੋ ਕਿਸ ਤਰ੍ਹਾਂ ਕੀ ਕਰਨਾ ਹੈ, ਕਦੋਂ ਕੀ ਕਰਨਾ, ਉਹ ਸਾਰਾ ਕੁਝ ਹੈ। ਕਮਲਪ੍ਰੀਤ ਜੀ, ਜੇ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ, ਸੰਪਰਕ ਕਰਨਾ ਹੋਵੇ, ਮਤਲਬ ਕਿ ਆ ਥਾਇਰਾਇਡ ਨੂੰ ਲੈ ਕੇ, ਸ਼ੂਗਰ, ਬੀਪੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਰਿਆਂ ਦਾ ਕਿਉਰ ਹੈਗਾ, ਜਿਵੇਂ ਜਿਹੜੀ ਥੈਰੇਪੀਜ਼ ਹੈਗੀਆਂ ਜਾਂ ਫਿਰ ਡਾਈਟ ਪਲਾਨ ਦੇ ਨਾਲ, ਸੋ ਕਿਵੇਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ? ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਦੇਖਣਗੇ ਇਹ ਪ੍ਰੋਗਰਾਮ ਨੂੰ, ਉਹ ਫਿਰ ਸੋਚਣਗੇ, ਗੱਲਬਾਤ ਕਰਨਗੇ ਕਿ ਹਾਂ ਕਿੱਥੇ ਸੰਪਰਕ ਕਰੀਏ ਅਸੀਂ। ਸੋ ਤੁਸੀਂ ਮਤਲਬ ਕਿ ਆਮ ਲੋਕਾਂ ਦੇ ਵਾਸਤੇ ਅਵੇਲੇਬਲ ਹੈਗੇ ਹੋ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ? ਹਾਂਜੀ, ਵੀ ਆਰ ਟੇਕਿੰਗ ਰੈਗੂਲਰ ਕਲਾਇੰਟਸ, ਤੇ ਸਾਨੂੰ ਸੰਪਰਕ ਕਰਨ ਦਾ ਸਭ ਤੋਂ ਸਹੀ ਤਰੀਕਾ ਜਿਹੜਾ ਹੈਗਾ ਉਹ WhatsApp, ਸਾਡਾ ਇੰਡੀਆ ਦਾ ਆਫਿਸ ਨੰਬਰ ਜਿਹੜਾ ਹੈਗਾ 9718422691। ਇਹਦੇ ਉੱਤੇ WhatsApp ਤੇ ਮੈਸੇਜ ਭੇਜਣਾ ਹੈ, ਆਪਣਾ ਨਾਮ ਤੇ ਤੁਸੀਂ ਕਿਸ ਬਿਮਾਰੀ ਵਾਸਤੇ ਸੰਪਰਕ ਕਰ ਰਹੇ ਹੋ, ਫਿਰ ਤੁਹਾਨੂੰ ਅਪਾਇੰਟਮੈਂਟ ਦਾ ਪ੍ਰੋਸੈਸ ਦੇ ਦਿੱਤਾ ਜਾਏਗਾ ਤੇ ਉਹਨੂੰ ਕੰਪਲੀਟ ਕਰਕੇ ਸਾਡੀ ਗੱਲਬਾਤ ਹੋ ਜਾਏਗੀ। ਦੂਜਾ ਤਰੀਕਾ ਜਿਹੜਾ ਹੈਗਾ ਉਹ ਵੈਬਸਾਈਟ ਸਾਡੀ ਹੈਗੀ gosatvik.ca, GOSATVIK.ca। ਇਸ ਤੇ ਜਾ ਕੇ ਤੁਸੀਂ ਅਪਾਇੰਟਮੈਂਟ ਆਨਲਾਈਨ ਵੀ ਬੁੱਕ ਕਰ ਸਕਦੇ ਹੋ, ਤੇ ਟਾਈਮ ਫਿਕਸ ਕਰ ਲਾਂਗੇ ਆਪਾਂ ਕਿਸ ਟਾਈਮ ਗੱਲ ਕਰਨੀ ਹੈਗੀ ਹੈ। ਤੇ ਇਸ ਤੋਂ ਇਲਾਵਾ ਮੇਰੀ ਵੈਬਸਾਈਟ ਦੇ ਉੱਤੇ ਮੈਂ ਕੁਝ ਬੁੱਕਸ ਲਿਖੀਆਂ ਨੇ ਹੈਲਥ ਐਂਡ ਨਿਊਟ੍ਰੀਸ਼ਨ ਦੇ ਉੱਤੇ, ਉਹ ਫ੍ਰੀ ਵਿੱਚ ਤੁਸੀਂ ਡਾਊਨਲੋਡ ਕਰਕੇ ਉਹਨੂੰ ਪੜ੍ਹ ਸਕਦੇ ਹੋ, ਆਪਣੀ ਨੌਲੇਜ ਨੂੰ ਵਧਾ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਰਸਸ ਹੁੰਦੇ ਨੇ, ਜਿਨ੍ਹਾਂ ਕੋਰਸਸ ਵਿੱਚ ਆਪਾਂ ਹਰ ਕਿਸੇ ਨੂੰ ਟ੍ਰੇਨਿੰਗ ਦਿੰਦੇ ਹੈਗੇ ਕਿਸ ਤਰ੍ਹਾਂ ਆਪਣੇ ਆਪ ਨੂੰ, ਆਪਣੀ ਬਿਮਾਰੀਆਂ ਤੋਂ ਤੁਸੀਂ ਬਚ ਕੇ ਰਹਿ ਸਕਦੇ ਹੋ, ਤੇ ਜੇ ਬਿਮਾਰੀ ਆ ਗਈ ਹੈ ਉਹਨੂੰ ਕਿਵੇਂ ਠੀਕ ਕਰ ਸਕਦੇ ਹੋ। ਤੇ ਜੋ ਵੀ ਇਹ ਕੋਰਸ ਕਰਦਾ ਹੈ ਉਹ ਆਪਣਾ ਤੇ ਆਪਣੇ ਪਰਿਵਾਰ ਦੀ ਬਿਮਾਰੀਆਂ ਦਾ ਖਿਆਲ ਰੱਖ ਸਕਦਾ ਹੈ, ਤੇ ਆਪ ਹੀ ਡਾਕਟਰ ਆਪਣਾ ਬਣ ਸਕਦਾ ਹੈਗਾ। ਸੋ ਇਸ ਤਰ੍ਹਾਂ ਸਾਡੇ ਕੋਰਸ ਵੀ ਹੁੰਦੇ ਆ, ਦੇ ਆਰ ਪੇਡ, ਬਟ the information and knowledge that we provide in that is much more valuable than the amount of the fee। ਕੀ ਬਾਤ ਹੈ, ਬਿਲਕੁਲ ਜੀ। ਮੈਂ ਕਮਲਪ੍ਰੀਤ ਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਵਾਸਤੇ ਦਿੱਤਾ ਹੈ। ਸੋ ਦਰਸ਼ਕੋ, ਤੁਹਾਨੂੰ ਵੀ ਮੈਂ ਬੇਨਤੀ ਕਰ ਦਿੰਦਾ ਜੀ, ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਹਦੇ ਲਈ ਡਰ ਦੇ ਵਿੱਚ ਅਸੀਂ ਜ਼ਿੰਦਗੀ ਜਿਉਂਦੇ ਵੀ ਹਾਂ, ਤੇ ਫਿਰ ਦਵਾਈਆਂ ਖਾ ਖਾ ਕੇ ਜਾਂ ਫਿਰ ਅਸੀਂ ਟੈਨਸ਼ਨ ਦੇ ਨਾਲ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹਾਂ, ਤੇ ਫਿਰ ਹੋਰ ਬਿਮਾਰੀਆਂ ਦੀ ਜਕੜ ਦੇ ਵਿੱਚ ਆ ਜਾਂਦੇ ਹਾਂ। ਸੋ ਬੜੀਆਂ ਐਸੀਆਂ ਬਿਮਾਰੀਆਂ, ਜੇ ਆਪਾਂ ਥਾਇਰਾਇਡ ਦੀ ਗੱਲ ਕੀਤੀ ਹੈ, ਪਿਛਲੇ ਦਿਨੀ ਸ਼ੂਗਰ ਦੀ ਵੀ ਗੱਲ ਕੀਤੀ ਸੀ, ਸੋ ਇਹ ਬਿਮਾਰੀਆਂ ਠੀਕ ਕੀਤੀਆਂ ਜਾ ਸਕਦੀਆਂ ਨੇ। ਤਕਰੀਬਨ ਆਪਾਂ ਡਾਈਟ ਪਲਾਨ ਜਿਹੜਾ ਹੈ ਉਹਨੂੰ ਫੋਲੋ ਕਰਨਾ ਹੁੰਦਾ ਹੈ, ਸੋ ਆਪਾਂ ਇਹ ਇੱਕ ਵਧੀਆ ਜ਼ਿੰਦਗੀ, ਵਧੀਆ ਲਾਈਫ ਸਟਾਈਲ ਜਿਹੜਾ ਹੈਗਾ ਜਿਉ ਸਕਦੇ ਹਾਂ। ਜੇਕਰ ਤੁਸੀਂ ਬਿਮਾਰੀਆਂ ਦੀ ਚਪੇਟ ਦੇ ਵਿੱਚ ਆ ਵੀ ਚੁੱਕੇ ਹੋ ਤਾਂ ਕੋਈ ਏਡੀ ਡਰਨ ਵਾਲੀ ਗੱਲ ਨਹੀਂ ਹੈਗੀ। ਸੋ ਕਮਲਪ੍ਰੀਤ ਹੋਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਬਾਕੀ ਬੇਸਿਕ ਪਲਾਨ ਜਿਹੜਾ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ। ਤੇ ਆਪਾਂ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਫਿਰ ਅਗਲੇ ਹੈਲਥ ਸ਼ੋਅ ਦੇ ਵਿੱਚ ਅਗਲੀ ਡਿਜ਼ੀਜ਼ ਜਿਹੜੀ ਹੈਗੀ ਹੈ ਉਹਦੇ ਬਾਰੇ ਗੱਲ ਕਰਾਂਗੇ। ਕੁਝ ਵੀ ਹੋ ਸਕਦਾ ਹੈ, ਮਤਲਬ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਆਪਾਂ ਹੈਲਥ ਸ਼ੋਅ ਦੇ ਵਿੱਚ ਅਗਲੇ 'ਚ ਕਰ ਸਕਦੇ ਹਾਂ। ਸੋ ਸਾਡੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਕਮਲਪ੍ਰੀਤ ਜੀ, ਬਹੁਤ ਧੰਨਵਾਦ ਕਰਦਾ ਜੀ, ਥੈਂਕ ਯੂ। ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ, ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ, ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।